ਹੈਲੋ ਸਟੂਡੈਂਟਸ, ਵੈਲਕਮ ਟੂ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰਦੇ ਹੋ, ਸੋ ਸਟੂਡੈਂਟਸ ਅਸੀਂ ਪੀਐਸਟੈਟ 2022 ਦਾ ਐਗਜ਼ਾਮ ਜੋ ਕਿ ਐਸਐਸਟੀ ਵਿਸ਼ੇ ਦਾ, ਜਿਹੜੇ ਸਟੂਡੈਂਟਸ ਨੇ ਬੀਐਡ ਦੇ ਵਿੱਚ ਐਸਐਸਟੀ ਵਿਸ਼ਾ ਲਿਆ ਸੀਗਾ, ਉਹਨਾਂ ਸਟੂਡੈਂਟਸ ਦੇ ਲਈ ਜਿਹੜਾ ਪੀਐਸਟੈਟ ਦੇ ਵਿੱਚ ਜਿਹੜੀ ਐਸਐਸਟੀ ਹੈ ਉਹ 60 ਨੰਬਰ ਦੀ ਆਉਣ ਵਾਲੀ ਹੈ। ਆਪਾਂ ਉਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਜਿਨ੍ਹਾਂ ਸਟੂਡੈਂਟਸ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ, ਤਾਂ ਕਿ ਹਰ ਇੱਕ ਵੀਡੀਓ ਜਿਹੜੀ ਹੈ ਸਮੇਂ ਸਿਰ ਤੁਹਾਨੂੰ ਮਿਲ ਸਕੇ। ਤਾਂ ਆਓ ਵਿਦਿਆਰਥੀ ਸਾਥੀਓ, ਆਪਾਂ ਅੱਜ ਦੇ ਪਹਿਲੇ ਪ੍ਰਸ਼ਨ ਦੀ ਸ਼ੁਰੂਆਤ ਕਰਦੇ ਹਾਂ। ਬ੍ਰਹਮੋ ਸਮਾਜ ਕਿਸ ਸਿਧਾਂਤ ਤੇ ਆਧਾਰਿਤ ਹੈ? ਬ੍ਰਹਮੋ ਸਮਾਜ ਪੁੱਛਿਆ ਜੀ, ਠੀਕ ਹੈ। ਪਹਿਲਾਂ ਤਾਂ ਜਾਣ ਲਈਏ ਕਿ ਬ੍ਰਹਮੋ ਸਮਾਜ ਬਣਾਉਣ ਵਾਲੇ ਕੌਣ ਸਨ, ਇਹਦੇ ਫਾਊਂਡਰ ਕੌਣ ਸਨ। ਤਾਂ ਕੌਣ ਸਨ? ਰਾਜਾ ਰਾਮ ਮੋਹਨ ਰਾਏ ਜੀ, ਠੀਕ ਹੈ, ਰਾਜਾ ਰਾਮ ਮੋਹਨ ਰਾਏ ਜੀ। ਔਰ ਜੇਕਰ ਗੱਲ ਕਰੀਏ ਕਦੋਂ ਹੋਂਦ ਦੇ ਵਿੱਚ ਆਇਆ ਸੀ, 1800 ਤੇ 28 ਚ, ਠੀਕ ਹੈ ਜੀ। ਤਾਂ ਬ੍ਰਹਮੋ ਸਮਾਜ ਬਣਦਾ ਹੁਣ ਇਹ ਕਿਹੜੇ ਸਿਧਾਂਤ ਦੇ ਆਧਾਰ ਤੇ ਬਣਿਆ ਸੀ? ਇਹ ਆਪਸ਼ਨ ਆਪਣੇ ਕੋਲੇ ਇੱਕ ਈਸ਼ਵਰਵਾਦ, ਬੀ ਹੈ ਬਹੁਦੇਵਵਾਦ, ਸੀ ਹੈ ਆਪਣੇ ਕੋਲੇ ਅਈਸ਼ਵਰਵਾਦ ਤੇ ਡੀ ਹੈ ਅਦਵੈਤਵਾਦ। ਤਾਂ ਵਿਦਿਆਰਥੀ ਸਾਥੀਓ ਰਾਈਟ ਆਪਸ਼ਨ ਹੋ ਜਾਏਗੀ ਇੱਕ ਈਸ਼ਵਰਵਾਦ, ਯਾਨੀ ਕਿ ਪ੍ਰਮਾਤਮਾ ਇੱਕ ਹੈ, ਇਸ ਦਾ ਹੋਕਾ ਦੇ ਕੇ ਹੀ ਜਿਹੜਾ ਬ੍ਰਹਮੋ ਸਮਾਜ ਹੋਂਦ ਦੇ ਵਿੱਚ ਆਉਂਦਾ ਹੈ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਰਾਧਾ ਸਵਾਮੀ ਸਤਸੰਗ ਦਾ ਸੰਸਥਾਪਕ ਕੌਣ ਹੈ? ਠੀਕ ਹੈ, ਏ ਤੇ ਆਪਸ਼ਨ ਹੈ ਹਰੀਦਾਸ ਸਵਾਮੀ, ਬੀ ਤੇ ਹੈ ਸਵਾਮੀ ਸ਼ਰਦਾਨੰਦ, ਸੀ ਤੇ ਹੈ ਸ਼ਿਵ ਦਿਆਲ ਸਾਹਿਬ, ਡੀ ਤੇ ਹੈ ਸ਼ਿਵ ਨਾਰਾਇਣ ਅਗਨੀਹੋਤਰੀ। ਤਾਂ ਰਾਈਟ ਆਪਸ਼ਨ ਜਿਹੜੀ ਹੋ ਜਾਏਗੀ ਸੀ ਜੀ, ਸ਼ਿਵ ਦਿਆਲ ਸਾਹਿਬ ਜਿਹੜੇ ਨੇ ਸਵਾਮੀ ਰਾਧਾ ਸਵਾਮੀ ਜਿਹੜੇ ਸਤਸੰਗ ਦੇ ਸੰਸਥਾਪਕ ਜਾਂ ਫਾਊਂਡਰ ਸਨ। ਅੱਗੇ ਹੈ ਜੀ, ਇਹਨਾਂ ਵਿੱਚੋਂ ਕਿਹੜਾ ਜੋੜਾ ਜਿਹੜਾ ਗਲਤ ਹੈ? ਠੀਕ ਹੈ, ਯਾਨੀ ਕਿ ਗਲਤ ਦੱਸਣਾ ਇਹਨਾਂ ਚੋਂ ਕਿਹੜਾ। ਪਹਿਲੇ ਨੰਬਰ ਤੇ ਹੈ ਜੀ ਆਪਣੇ ਕੋਲੇ ਇਹ ਆਪਸ਼ਨ ਹੈ ਪਾਂਡੂਰੰਗ ਜਿਹੜੇ ਸੀ ਪ੍ਰਾਰਥਨਾ ਸਮਾਜ ਵਾਲੇ ਸੀਗੇ, ਸਮਾਜ ਵਾਲੇ। ਆਪਾਂ ਇਸ ਤੋਂ ਪਹਿਲਾਂ ਵਾਲੀ ਵੀਡੀਓ 'ਚ ਇਹਨਾਂ ਬਾਰੇ ਵੀ ਜਾਣ ਚੁੱਕੇ ਹਾਂ, ਦਿਆਨੰਦ ਬਾਰੇ ਵੀ ਜਾਣਿਆ ਹੈ, ਇਹਨਾਂ ਨੇ ਆਰੀਆ ਸਮਾਜ ਬਣਾਇਆ ਸੀ। ਸੀ ਤੇ ਆਪਸ਼ਨ ਹੈ ਰਾਜਾ ਰਾਮ ਮੋਹਨ ਰਾਏ ਆਦਿ ਬ੍ਰਹਮੋ ਸਮਾਜ, ਤੇ ਡੀ ਤੇ ਹੈ ਰਾਮ ਕ੍ਰਿਸ਼ਨ ਮਿਸ਼ਨ ਵਿਵੇਕਾਨੰਦ ਜੀ। ਤਾਂ ਵਿਦਿਆਰਥੀ ਸਾਥੀਓ ਜੋ ਰਾਈਟ ਆਪਸ਼ਨ ਹੋ ਜਾਏਗੀ ਉਹ ਹੋ ਜਾਏਗੀ ਸੀ ਆਪਸ਼ਨ। ਰਾਜਾ ਰਾਮ ਮੋਹਨ ਰਾਏ ਨੇ ਕੱਲਾ ਬ੍ਰਹਮੋ ਸਮਾਜ ਬਣਾਇਆ ਸੀ, ਨਾ ਕਿ ਆਦਿ ਬ੍ਰਹਮੋ ਸਮਾਜ, ਠੀਕ ਹੈ ਜੀ। ਤਾਂ ਇਸ ਕਰਕੇ ਕੀ ਹੈ, ਆਪਾਂ ਕਹਾਂਗੇ ਕਿ ਜਿਹੜੀ ਆਪਸ਼ਨ ਸਹੀ ਹੋ ਜਾਏਗੀ ਉਹ ਕਿਹੜੀ ਹੋ ਜਾਏਗੀ, ਮਤਲਬ ਉਹਨਾਂ ਨੇ ਜੋੜਾ ਗਲਤ ਪੁੱਛਿਆ ਤੇ ਇਹਦੇ ਵਾਸਤੇ ਸਹੀ ਆਪਸ਼ਨ ਕਿਹੜੀ ਹੈ? ਰਾਜਾ ਰਾਮ ਮੋਹਨ ਰਾਏ। ਇਹਨਾਂ ਨੇ ਕੀ ਸੀ, ਕੱਲੇ ਬ੍ਰਹਮੋ ਸਮਾਜ ਨੂੰ ਬਣਾਇਆ, ਆਦਿ ਬ੍ਰਹਮੋ ਸਮਾਜ ਨੂੰ ਨਹੀਂ। ਜੇਕਰ ਆਦਿ ਬ੍ਰਹਮੋ ਸਮਾਜ ਦੀ ਗੱਲ ਕਰੀਏ, ਇਹ ਕਿਹਨਾਂ ਨੇ ਬਣਾਇਆ ਸੀ? ਤਾਂ ਇਹ ਬਣਾਇਆ ਸੀ ਜੀ ਕੇਸ਼ਵ ਚੰਦਰ ਸੈਨ ਨੇ, ਠੀਕ ਹੈ ਜੀ। ਕੇਸ਼ਵ ਚੰਦਰ ਸੈਨ ਜੀ ਸੀ ਇਸ ਦੇ ਫਾਊਂਡਰ। ਚਲੋ ਜੀ ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 4 ਨੰਬਰ ਪ੍ਰਸ਼ਨ ਹੈ, ਸਭ ਤੋਂ ਪਹਿਲਾਂ ਕਿਸ ਨੇ ਸਵਰਾਜ ਸ਼ਬਦ ਦਾ ਪ੍ਰਯੋਗ ਕੀਤਾ ਸੀ? ਕਿਹੜੇ ਸ਼ਬਦ ਦਾ? ਸਵਰਾਜ। ਤੇ ਹਿੰਦੀ ਨੂੰ ਰਾਸ਼ਟਰ ਭਾਸ਼ਾ ਕਿਹਨੇ ਕਿਹਾ ਸੀ? ਮਤਲਬ ਇਹ ਇੱਕੋ ਹੀ ਇਨਸਾਨ ਹੈ ਜਿਹਨੇ ਸਵਰਾਜ ਸ਼ਬਦ ਦਾ ਵੀ ਵਰਤੋਂ ਕਰ ਲਈ ਤੇ ਹਿੰਦੀ ਨੂੰ ਜਿਹੜਾ ਰਾਸ਼ਟਰ ਭਾਸ਼ਾ ਵੀ ਮੰਨ ਲਿਆ ਸੀ। ਤਾਂ ਉਹ ਕੌਣ ਸਨ? ਏ ਤੇ ਆਪਸ਼ਨ ਆਪਣੇ ਕੋਲੇ ਰਾਜਾ ਰਾਮ ਮੋਹਨ ਰਾਏ, ਬੀ ਤੇ ਸਵਾਮੀ ਦਇਆਨੰਦ ਸਰਸਵਤੀ, ਸੀ ਤੇ ਸਵਾਮੀ ਵਿਵੇਕਾਨੰਦ ਸਰਸਵਤੀ, ਤੇ ਡੀ ਤੇ ਬੀਜੀ ਤਿਲਕ ਬਾਲ ਗੰਗਾਧਰ ਤਿਲਕ। ਤਾਂ ਬੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ ਜੀ। ਇਹ ਸੀਗੇ ਆਰੀਆ ਸਮਾਜ ਨੂੰ ਬਣਾਉਣ ਵਾਲੇ ਸਵਾਮੀ ਦਇਆਨੰਦ ਸਰਸਵਤੀ ਜੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਵਰਾਜ ਸ਼ਬਦ ਦੀ ਜਿਹੜੀ ਆ ਉਤਪਤੀ ਕਹਿ ਸਕਦੇ ਆ ਜਾਂ ਵਰਤੋਂ ਕੀਤੀ, ਤੇ ਨਾਲ ਹੀ ਹਿੰਦੀ ਨੂੰ ਕੀ ਸੀ ਇਹਨਾਂ ਨੇ ਰਾਸ਼ਟਰ ਭਾਸ਼ਾ ਮੰਨਿਆ ਸੀ। ਤਾਂ ਹੀ ਇਸ ਤੋਂ ਬਾਅਦ ਜਿਹੜੀ ਹੈ ਹਿੰਦੀ ਸਾਡੀ ਨੈਸ਼ਨਲ ਲੈਂਗੁਏਜ ਬਣੀ ਹੈ। ਔਰ ਨਾਲ ਹੀ ਗੱਲ ਕਰੀਏ ਆਪਾਂ ਕਿ ਜਿਹੜੇ ਡੀਏਵੀ ਕਾਲਜ ਨੇ ਨਾ, ਜਿਹੜੇ ਆਸ-ਪਾਸ ਤੁਹਾਡੇ ਵੀ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਡੀਏਵੀ ਕਾਲਜ ਜਾਂ ਸਕੂਲ, ਉਹ ਸਾਰੇ ਜਿਹੜੇ ਨੇ ਇਹਨਾਂ ਦੀ ਹੀ ਦੇਣ ਹੈ, ਠੀਕ ਹੈ ਜੀ, ਆਰੀਆ ਸਮਾਜ ਦੀ ਦੇਣ ਹੈ। ਅੱਗੇ ਹੈ ਜੀ, ਅੱਗੇ ਸਾਡੇ ਕੋਲੇ ਕੂਕਾ ਅੰਦੋਲਨ ਦੇ ਨੇਤਾ ਸਨ। ਕੂਕਾ ਅੰਦੋਲਨ ਦੇ ਨੇਤਾ ਕੌਣ ਸਨ? ਏ ਤੇ ਆਪਸ਼ਨ ਹੈ ਬਾਲਕ ਨਾਥ, ਬੀ ਤੇ ਜਵਾਹਰ ਮੱਲ, ਸੀ ਤੇ ਬਾਬਾ ਰਾਮ ਸਿੰਘ, ਤੇ ਡੀ ਤੇ ਉਪਰੋਕਤ ਸਾਰੇ। ਤਾਂ ਰਾਈਟ ਆਪਸ਼ਨ ਜਿਹੜੀ ਹੋ ਜਾਏਗੀ, ਦੇਖੋ ਸਾਰਿਆਂ ਦੇ ਮਨ 'ਚ ਇਹੀ ਹੋਣਾ ਵਿਚਾਰ ਕਿ ਨੇਤਾ ਜਿਹੜੇ ਸਨ ਹੈਗੇ ਤਾਂ ਸਾਰੇ ਹੀ ਸੀ। ਤਾਂ ਬਿਲਕੁਲ ਰਾਈਟ ਹੈ ਜੀ, ਸਾਰੇ ਹੀ ਨੇਤਾ ਸੀ, ਠੀਕ ਹੈ। ਹੁਣ ਜੇਕਰ ਫਾਊਂਡਰ ਦੀ ਗੱਲ ਕਰੀਏ ਤਾਂ ਫਾਊਂਡਰ ਆ ਦੋ ਬੈਠੇ ਜੀ ਆਪਣੇ ਕੋਲੇ, ਠੀਕ ਹੈ। ਇੱਕ ਸੀਗੇ ਬਾਬਾ ਬਾਲਕ ਨਾਥ ਤੇ ਡੀ ਤੇ ਆਪਣੇ ਕੋਲੇ ਜਵਾਹਰ ਮੱਲ। ਔਰ ਜੇਕਰ ਗੱਲ ਕਰੀਏ ਇਹਨਾਂ ਨੂੰ ਸੰਗਠਿਤ ਕਿਹਨੇ ਕੀਤਾ ਸੀਗਾ, ਤਾਂ ਉਹ ਸੀਗੇ ਬਾਬਾ ਰਾਮ ਸਿੰਘ ਜੀ। ਇਸ ਤਰੀਕੇ ਦੇ ਨਾਲ ਵਿਦਿਆਰਥੀ ਸਾਥੀਓ ਸਾਡਾ ਮੇਨ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ ਦਾ ਮੇਨ ਮੋਟੀਵੇਟ ਇਹੀ ਹੈ ਕਿ ਤੁਹਾਨੂੰ ਜਿਹੜੀ ਇੱਕ ਇੱਕ ਚੀਜ਼ ਹੈ ਬਿਲਕੁਲ ਡੈਪਥ ਦੇ ਨਾਲ ਸਮਝਾਈ ਜਾਵੇ, ਤਾਂ ਕਿ ਤੁਸੀਂ ਪੇਪਰ ਵਿੱਚੋਂ ਕਿਸੇ ਵੀ ਪੁਆਇੰਟ ਆਫ ਵਿਊ ਤੋਂ ਹਟ ਕੇ ਜਿਹੜਾ ਪ੍ਰਸ਼ਨ ਆਵੇ ਤਾਂ ਤੁਸੀਂ ਉਸ ਦਾ ਵੀ ਜਵਾਬ ਦੇ ਸਕੋ। ਅੱਗੇ ਹੈ ਜੀ ਸਾਡੇ ਕੋਲੇ
ਇੰਡੀਅਨ ਰਿਫਾਰਮ ਐਸੋਸੀਏਸ਼ਨ ਦੀ ਸਥਾਪਨਾ ਕਿੰਨੇ ਕੀਤੀ ਸੀ? ਤਾਂ ਇਹ ਤੇ ਆਪਸ਼ਨ ਆਪਣੇ ਕੋਲੇ ਕੇਸਰ ਚੰਦਰ ਸੈਨ, ਬੀ ਤੇ ਆ ਰਾਧਾ ਕਾਂਤ ਦੇਵ, ਸੀ ਤੇ ਆਪਣੇ ਕੋਲੇ ਰਾਜਾ ਰਾਮ ਮੋਹਨ ਰਾਏ, ਡੀ ਤੇ ਆ ਰਵਿੰਦਰਨਾਥ ਟੈਗੋਰ। ਤਾਂ ਇਹਦਾ ਜੋ ਰਾਈਟ ਆਪਸ਼ਨ ਹੋ ਜਾਏਗੀ ਤਾਂ ਉਹ ਹੋ ਜਾਏਗੀ ਜੀ ਕੇਸ਼ਵ ਚੰਦਰ ਸੈਨ ਨੇ ਕਰੀ ਸੀ। ਕਦੋਂ ਕਰੀ ਇਹ ਵੀ ਪੁੱਛ ਸਕਦੇ ਆ, 1870 ਵਿੱਚ। ਔਰ ਕਿੱਥੇ ਕੀਤੀ ਸੀ? ਬੰਗਾਲ 'ਚ। ਇਹ ਵੀ ਗੱਲ ਤੁਸੀਂ ਧਿਆਨ 'ਚ ਰੱਖਣੀ ਹੈ, ਠੀਕ ਹੈ ਜੀ। ਬੰਗਾਲ ਦੇ ਵਿੱਚ ਕੀਤੀ ਸੀਗੀ ਇਸ ਤਰੀਕੇ ਦੇ ਨਾਲ। ਤਾਂ ਇੱਕ ਇੱਕ ਚੀਜ਼ ਜਿਹੜੀ ਆ ਬਿਲਕੁਲ ਸਮਝਣ ਵਾਲੀ ਹੈ। ਅੱਗੇ ਜੀ ਆਪਣੇ ਕੋਲੇ ਅੱਜ ਦਾ 7 ਨੰਬਰ ਪ੍ਰਸ਼ਨ ਹੈ, ਦੀ ਸਰਵੈਂਟ ਆਫ ਇੰਡੀਆ ਸੁਸਾਇਟੀ ਦੀ ਸਥਾਪਨਾ ਕਿਸ ਨੇ ਕੀਤੀ ਸੀ? ਏ ਤੇ ਆਪਸ਼ਨ ਹੈ ਜੀਕੇ ਗੋਖਲੇ, ਬੀ ਤੇ ਆਪਣੇ ਕੋਲੇ MM ਮਾਲਵੀਆ, ਸੀ ਤੇ ਹੈ ਮਹਾਤਮਾ ਗਾਂਧੀ, ਡੀ ਤੇ ਹੈ ਬਾਲ ਗੰਗਾਧਰ ਤਿਲਕ। ਤਾਂ ਜੋ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਤਾਂ ਹੋ ਜਾਏਗੀ ਜੀ ਜੀਕੇ ਗੋਖਲੇ। ਤਾਂ ਇਹੀ ਸਨ ਸਰਵੈਂਟ ਆਫ ਇੰਡੀਆ ਸੁਸਾਇਟੀ ਦੇ ਸੰਸਥਾਪਕ। ਅੱਗੇ ਚਲਦੇ ਹਾਂ ਜੀ। 8ਵਾਂ ਪ੍ਰਸ਼ਨ ਹੈ ਆਪਣੇ ਕੋਲੇ, 1920-25 ਵਿੱਚ ਚੱਲੇ ਅਕਾਲੀ ਅੰਦੋਲਨ ਦੇ ਨੇਤਾ ਸਨ, ਕੌਣ ਸਨ? ਏ ਤੇ ਆਪਸ਼ਨ ਹੈ ਕਰਤਾਰ ਸਿੰਘ ਝੰਬਰ, ਬੀ ਤੇ ਹੈ ਬਾਬਾ ਖੜਕ ਸਿੰਘ, ਸੀ ਤੇ ਹੈ ਮਾਸਟਰ ਤਾਰਾ ਸਿੰਘ, ਤੇ ਡੀ ਤੇ ਹੈ ਉਪਰੋਕਤ ਸਾਰੇ। ਤਾਂ ਦੇਖੋ ਨੇਤਾ ਇਹ ਸਾਰੇ ਹੀ ਸਨ, ਠੀਕ ਹੈ ਜੀ। ਨੇਤਾ ਜਿਹੜੇ ਨੇ ਸਾਰੇ ਸਨ। ਔਰ ਜੇਕਰ ਗੱਲ ਕਰੀਏ ਗੁਰਦੁਆਰਾ ਸੁਧਾਰ ਅੰਦੋਲਨ ਵੀ ਜਿਹੜਾ ਇਸ ਸਮੇਂ ਹੀ ਹੋਣ ਦੇ ਵਿੱਚ ਆਉਂਦਾ। ਔਰ ਹੋਰ ਆਪਾਂ ਗੱਲ ਕਰੀਏ ਕਿ ਜਨਮਦਾਤਾ ਜੇਕਰ ਗੱਲ ਕਰ ਲਈਏ ਪੰਜਾਬ ਸ਼ਬਦ ਦੇ, ਠੀਕ ਆ, ਉਹ ਕੌਣ ਸਨ? ਤਾਂ ਉਹ ਸਨ ਜੀ ਤਾਰਾ ਸਿੰਘ ਜੀ, ਮਾਸਟਰ ਤਾਰਾ ਸਿੰਘ ਜੀ, ਠੀਕ ਹੈ, ਇਸ ਤਰੀਕੇ ਦੇ ਨਾਲ। ਔਰ ਜੇਕਰ ਗੱਲ ਕਰੀਏ ਆਪਾਂ ਬਾਬਾ ਖੜਕ ਸਿੰਘ ਜੀ ਵੀ ਕੀ ਸਨ, ਇਸ ਜਿਹੜੀ ਅੰਦੋਲਨ ਦੇ ਕੀ ਸੀ, ਇੱਕ ਵਾਰੀ ਪ੍ਰਧਾਨ ਜਿਹੜੇ ਨੇ ਰਹਿ ਚੁੱਕੇ ਨੇ, ਠੀਕ ਹੈ ਜੀ। ਇਹਨਾਂ ਨੂੰ ਕੀ ਸੀਗਾ, SGPC ਦਾ ਜਿਹੜਾ ਪ੍ਰਧਾਨ ਲਾਇਆ ਗਿਆ ਸੀਗਾ। ਔਰ ਇਹਨਾਂ ਤੋਂ ਵੀ ਪਹਿਲਾਂ ਜੇਕਰ ਆਪਾਂ ਗੱਲ ਕਰ ਲਈਏ ਤਾਂ ਸੁੰਦਰ ਸਿੰਘ ਮਜੀਠੀਆ ਜੀ ਵੀ ਰਹੇ ਸਨ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ, ਸਿੱਖ ਗੁਰਦੁਆਰਾ ਸੁਧਾਰ ਐਕਟ ਕਦੋਂ ਬਣਿਆ ਸੀ? ਸਿੱਖ ਗੁਰਦੁਆਰਾ ਸੁਧਾਰ ਐਕਟ ਬਣਦਾ ਤਾਂ ਹੀ ਜਿਹੜੀ ਹੈ SGPC ਜਿਹੜੀ ਹੈ ਹੋਂਦ ਦੇ ਵਿੱਚ ਆਉਂਦੀ ਹੈ, ਠੀਕ ਹੈ ਜੀ। ਤਾਂ SGPC ਦਾ ਪ੍ਰਧਾਨ ਲਾਇਆ ਜਾਂਦਾ ਖੜਕ ਸਿੰਘ ਨੂੰ। ਤੇ ਜੇਕਰ ਗੱਲ ਕਰ ਲਈਏ 1920 ਦੇ ਵਿੱਚ ਪ੍ਰਧਾਨ ਲਾਇਆ ਸੀ ਤਾਂ ਉਹ ਕਿਹਨੂੰ ਲਾਇਆ ਸੀ? ਸੁੰਦਰ ਸਿੰਘ ਮਜੀਠੀਆ ਨੂੰ। ਤਾਂ ਉਦੋਂ ਹੀ ਕੀ ਸੀ, ਸਿੱਖ ਗੁਰਦੁਆਰਾ ਸੁਧਾਰ ਐਕਟ ਜਿਹੜਾ ਹੋਂਦ ਦੇ ਵਿੱਚ ਆਉਂਦਾ। ਤਾਂ ਇਹ ਆਪਸ਼ਨ ਆਪਣੀ 1920 ਇਹ ਤਾਂ ਹੈਗੀ ਹੈ ਜੀ ਆਪਣੇ ਕੋਲੇ ਅਕਾਲੀ ਦਲ ਦੀ। ਹੁਣ ਗੱਲ ਕਰਾਂਗੇ ਅਕਾਲੀ ਦਲ ਜਿਹੜਾ ਹੋਂਦ ਦੇ ਵਿੱਚ ਆਇਆ। ਪਰ ਗੁਰਦੁਆਰਾ ਸੁਧਾਰ ਐਕਟ ਦੀ ਗੱਲ ਕਰੀਏ ਤਾਂ ਉਹ ਆਇਆ ਸੀ 1925 ਈਸਵੀ ਦੇ ਵਿੱਚ। ਤਾਂ ਇਹਦੀ ਜੋ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਬੀ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ ਜੀ। ਅੱਗੇ ਹੈ ਜੀ ਅੱਜ ਦਾ ਆਪਣੇ ਕੋਲੇ 10 ਨੰਬਰ ਪ੍ਰਸ਼ਨ ਹੈ, ਰਾਮ ਕ੍ਰਿਸ਼ਨ ਪਰਮਹੰਸ ਦਾ ਪੂਰਾ ਨਾਮ ਕੀ ਸੀ? ਰਾਮ ਕ੍ਰਿਸ਼ਨ ਪਰਮਹੰਸ ਦਾ ਪੂਰਾ ਨਾਮ ਕੀ ਸੀ? ਏ ਤੇ ਆਪਸ਼ਨ ਹੈ ਗਦਾਧਰ ਚਟੋਪਾਧਿਆਏ, ਬੀ ਤੇ ਆਪਣੇ ਕੋਲੇ ਨਰਿੰਦਰਨਾਥ ਦੱਤ, ਸੀ ਤੇ ਮਹਾਪ੍ਰਭੂ ਸੇਨ, ਤੇ ਡੀ ਤੇ ਉਪਰੋਕਤ ਕੋਈ ਨਹੀਂ। ਤਾਂ ਇਹਦਾ ਜੋ ਰਾਈਟ ਆਪਸ਼ਨ ਹੋ ਜਾਏਗਾ ਆਪਣੇ ਕੋਲੇ ਆਨਸਰ ਹੈ ਜਿਹੜਾ ਉਹ ਹੋ ਜਾਏਗਾ ਗਦਾਧਰ ਚਟੋਪਾਧਿਆਏ ਜੀ, ਠੀਕ ਹੈ ਜੀ। ਤਾਂ ਇਹ ਹੁਣ ਗੱਲ ਕਰੀਏ ਕੌਣ ਸਨ, ਇਹ ਸੀਗੇ ਜੀ ਵਿਵੇਕਾਨੰਦ ਦੇ ਗੁਰੂ, ਠੀਕ ਹੈ। ਵਿਵੇਕਾਨੰਦ ਸੀ ਨਾ, ਸਵਾਮੀ ਵਿਵੇਕਾਨੰਦ ਜੀ, ਉਹਨਾਂ ਦੇ ਗੁਰੂ ਸਨ, ਠੀਕ ਹੈ। ਤਾਂ ਹੋਰ ਜੇਕਰ ਗੱਲ ਕਰੀਏ ਤਾਂ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਸੀ? ਦੱਖਣੀ ਸੰਤ ਵੀ ਕਿਹਾ ਜਾਂਦਾ ਸੀ। ਔਰ ਵਿਵੇਕਾਨੰਦ ਜੀ ਨੇ ਰਾਮ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਜਿਹੜੀ ਕੀਤੀ ਸੀ ਉਹ ਇਹਨਾਂ ਦੇ ਨਾਮ ਤੋਂ ਹੀ ਕੀਤੀ ਸੀ, ਠੀਕ ਹੈ ਜੀ, ਇਸ ਤਰੀਕੇ ਦੇ ਨਾਲ। ਅੱਗੇ ਹੈ ਜੀ 11 ਨੰਬਰ ਪ੍ਰਸ਼ਨ ਹੈ, ਰਾਮ ਕ੍ਰਿਸ਼ਨ ਮਿਸ਼ਨ ਦਾ ਮੁੱਖ ਦਫ਼ਤਰ ਕਿੱਥੇ ਹੈ? ਏ ਤੇ ਆਪਸ਼ਨ ਹੈ ਵੈਲੂਰ, ਬੀ ਤੇ ਹੈ ਬਰੇਲੀ, ਸੀ ਤੇ ਹੈ ਪਟਨਾ, ਡੀ ਤੇ ਹੈ ਆਗਰਾ। ਤਾਂ ਰਾਈਟ ਆਪਸ਼ਨ ਜਿਹੜੀ ਹੋ ਜਾਏਗੀ ਵੈਲੂਰ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ 12 ਨੰਬਰ ਪ੍ਰਸ਼ਨ ਹੈ, ਐਨੀ ਬੇਸੈਂਟ ਕਾਂਗਰਸ ਦੀ ਪ੍ਰਧਾਨ ਕਦੋਂ ਬਣੀ ਸੀ? ਦੇਖੋ ਵਿਵੇਕਾਨੰਦ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇੰਡੀਆ ਚਲੀ ਆਈ ਸੀ, ਠੀਕ ਹੈ, ਐਨੀ ਬੇਸੈਂਟ। ਤਾਂ ਇੰਡੀਆ ਆ ਕੇ ਕੀ ਹੈ, ਇੰਡੀਆ ਦੀ ਇਹ ਹਿਤੈਸ਼ੀ ਸੀ। ਔਰ ਇਹ ਕਾਂਗਰਸ ਦੀ ਪ੍ਰਧਾਨ ਕਦੋਂ ਬਣੀ ਸੀ? ਏ ਤੇ ਆਪਣੇ ਕੋਲੇ ਆਪਸ਼ਨ 1914, ਬੀ ਤੇ 1915, ਸੀ ਤੇ 1916, ਡੀ ਤੇ 1917। ਤਾਂ 1917 ਚ ਬਣੀ ਸੀ ਕਾਂਗਰਸ ਦੀ ਪ੍ਰਧਾਨ। ਤੇ 1915 ਚ ਜਿਹੜੇ ਮਹਾਤਮਾ ਗਾਂਧੀ ਜੀ ਸਾਊਥ ਅਫਰੀਕਾ ਤੋਂ ਆਏ ਸਨ। 21 ਸਾਲਾਂ ਬਾਅਦ ਇਹ ਵੀ ਤੁਸੀਂ ਯਾਦ ਰੱਖ ਲਿਆ ਜੀ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 13 ਨੰਬਰ ਪ੍ਰਸ਼ਨ ਹੈ, ਆਧੁਨਿਕ ਭਾਰਤ ਦਾ ਪਹਿਲਾ ਰਾਸ਼ਟਰਵਾਦੀ ਕਵੀ ਕੌਣ ਸੀ? ਏ ਤੇ ਆਪਸ਼ਨ ਹੈ ਡੈਰੋਜ਼ੀਓ, ਬੀ ਤੇ ਹੈ ਮਿਰਜ਼ਾ ਗਾਲਿਬ, ਸੀ ਤੇ ਹੈ ਮੈਥਿਲੀ ਸ਼ਰਨ ਗੁਪਤ, ਡੀ ਤੇ ਹੈ ਉਪਰੋਕਤ ਕੋਈ ਨਹੀਂ।
ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਡੈਰੋਜੀਓ ਸੀ ਰਾਸ਼ਟਰਵਾਦੀ ਜਿਹੜੇ ਨੇ ਕਵੀ ਅਖਵਾਏ ਨੇ ਆਧੁਨਿਕ ਭਾਰਤ ਦੇ, ਯਾਨੀ ਕਿ ਮਾਡਰਨ ਇੰਡੀਆ ਦੇ। ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਅੰਦੋਲਨ ਦਾ ਅਧਿਆਤਮਿਕ ਪਿਤਾ ਕਿਸ ਨੂੰ ਮੰਨਿਆ ਜਾਂਦਾ? ਮਤਲਬ ਭਾਰਤ ਦੇ ਜਿਹੜੇ ਰਾਸ਼ਟਰੀ ਅੰਦੋਲਨ ਹੋਏ ਨੇ ਉਹਨਾਂ ਦਾ ਅਧਿਆਤਮਿਕ ਆਦਰਸ਼ਵਾਦੀ ਜਿਹੜਾ ਸੀ ਪਿਤਾ ਕੌਣ ਸੀ? ਏ ਤੇ ਆਪਸ਼ਨ ਹੈ ਸਵਾਮੀ ਸ਼ਰਦਾਨੰਦ, ਬੀ ਤੇ ਹੈ ਜੀ ਸਵਾਮੀ ਦਇਆਨੰਦ, ਸੀ ਤੇ ਹੈ ਸਵਾਮੀ ਵਿਵੇਕਾਨੰਦ ਤੇ ਡੀ ਤੇ ਉਪਰੋਕਤ ਸਾਰੇ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਸਵਾਮੀ ਵਿਵੇਕਾਨੰਦ। ਸੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ। ਠੀਕ ਹੈ ਜੀ। ਤਾਂ ਜੇਕਰ ਹੁਣ ਇਹਨਾਂ ਨੂੰ ਗੱਲ ਕਰ ਲਈਏ, ਸਵਾਮੀ ਵਿਵੇਕਾਨੰਦ ਨੂੰ ਸਵਾਮੀ ਦੀ ਜਿਹੜੀ ਉਪਾਧੀ ਦੇਣ ਵਾਲੇ ਜਾਂ ਕਹਿਣ ਵਾਲੇ ਤਾਂ ਕੌਣ ਸਨ? ਸੁਭਾਸ਼ ਚੰਦਰ ਜੀ ਬੋਸ। ਠੀਕ ਹੈ। ਹੁਣ ਸੁਭਾਸ਼ ਚੰਦਰ ਜੀ ਬੋਸ ਨੂੰ ਆਪਾਂ ਕੀ ਕਹਿ ਕੇ ਬੁਲਾਉਣੇ ਆ? ਠੀਕ ਹੈ, ਸੁਭਾਸ਼ ਚੰਦਰ ਬੋਸ ਜੀ ਨੂੰ ਆਪਾਂ ਕੀ ਕਹਿ ਕੇ ਬੁਲਾਉਣੇ ਆ? ਤਾਂ ਆਪਾਂ ਉਹਨਾਂ ਨੂੰ ਕਹਿ ਕੇ ਬੁਲਾਉਣੇ ਆ ਜੀ ਨੇਤਾ ਜੀ। ਤਾਂ ਹੁਣ ਇਹਨਾਂ ਨੂੰ ਨੇਤਾ ਜੀ ਦੀ ਉਪਾਧੀ ਕਿਹਨੇ ਦਿੱਤੀ ਸੀ? ਤਾਂ ਇਹਨਾਂ ਨੂੰ ਦਿੱਤੀ ਸੀ ਗਾਂਧੀ ਜੀ ਨੇ। ਠੀਕ ਹੈ, ਇਸ ਤਰੀਕੇ ਦੇ ਨਾਲ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਚਲੋ ਜੀ ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਭਾਰਤੀ ਪੁਨਰ ਜਾਗਰਣ ਅੰਦੋਲਨ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਏ ਤੇ ਆਪਸ਼ਨ ਹੈ ਈਸ਼ਵਰ ਚੰਦਰ ਵਿਦਿਆਸਾਗਰ, ਬੀ ਤੇ ਹੈ ਡੀ.ਕੇ. ਕਰਵੇ, ਸੀ ਤੇ ਆਪਣੇ ਕੋਲੇ ਰਾਜਾ ਰਾਮ ਮੋਹਨ ਰਾਏ, ਡੀ ਤੇ ਹੈ ਮਹਾਤਮਾ ਗਾਂਧੀ। ਤਾਂ ਇਹਦੀ ਜੋ ਸੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ ਜੀ ਰਾਜਾ ਰਾਮ ਮੋਹਨ ਰਾਏ। ਸੀ ਆਪਸ਼ਨ ਜਿਹੜੀ ਆ ਬਿਲਕੁਲ ਸਹੀ ਹੋ ਜਾਏਗੀ। ਅੱਗੇ ਵਧਦੇ ਹਾਂ ਜੀ। ਅੱਗੇ ਅੱਜ ਦਾ ਆਪਣੇ ਕੋਲੇ 16 ਨੰਬਰ ਪ੍ਰਸ਼ਨ ਹੈ, ਭਾਰਤ ਦਾ ਪਹਿਲਾ ਆਧੁਨਿਕ ਵਿਅਕਤੀ ਕਿਸ ਨੂੰ ਕਿਹਾ ਜਾਂਦਾ ਹੈ? ਆਧੁਨਿਕ ਵਿਅਕਤੀ। ਠੀਕ ਹੈ ਜੀ, ਮਾਡਰਨ ਵਿਅਕਤੀ ਆਪਾਂ ਕਹਿ ਸਕਦੇ ਹਾਂ। ਤਾਂ ਏ ਤੇ ਆਪਸ਼ਨ ਹੈ ਰਾਜਾ ਰਾਮ ਮੋਹਨ ਰਾਏ, ਬੀ ਤੇ ਹੈ ਏ.ਓ. ਹਿਊਮ ਜਿਹੜੇ ਕਾਂਗਰਸ ਵਾਲੇ ਸੀ ਸਥਾਪਨਾ ਕਰਨ ਵਾਲੇ, ਸੀ ਤੇ ਹੈ ਦਾਦਾ ਭਾਈ ਨੌਰੋਜੀ, ਡੀ ਤੇ ਆਪਣੇ ਕੋਲੇ ਸਵਾਮੀ ਵਿਵੇਕਾਨੰਦ। ਤਾਂ ਇਹਦੀ ਰਾਈਟ ਆਪਸ਼ਨ ਹੋ ਜਾਏਗੀ ਜੀ ਏ ਆਪਸ਼ਨ ਰਾਜਾ ਰਾਮ ਮੋਹਨ ਰਾਏ ਜੀ, ਜਿਨ੍ਹਾਂ ਨੂੰ ਭਾਰਤ ਦਾ ਪਹਿਲਾ ਆਧੁਨਿਕ ਵਿਅਕਤੀ ਜਿਹੜਾ ਉਹ ਕਿਹਾ ਜਾਂਦਾ ਸੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 17 ਨੰਬਰ ਪ੍ਰਸ਼ਨ ਹੈ, ਜਲਿਆਂਵਾਲੇ ਬਾਗ ਜਿਹੜਾ ਕਾਂਡ ਸੀ ਉਹ ਕਦੋਂ ਹੋਇਆ ਸੀ? ਏ ਤੇ ਆਪਸ਼ਨ ਹੈ 1905, ਬੀ ਤੇ ਹੈ 1909, ਸੀ ਤੇ ਹੈ 1907, ਡੀ ਤੇ 1919। ਤਾਂ 1919 ਦੇ ਵਿੱਚ ਜਿਹੜਾ ਜਲਿਆਂਵਾਲਾ ਬਾਗ ਜਿਹੜਾ ਕਾਂਡ ਹੋਇਆ ਸੀ। ਤਾਂ ਜੇਕਰ ਹੁਣ ਗੱਲ ਕਰ ਲਈਏ 1905 ਦੀ, ਤਾਂ ਕੀ ਹੋਇਆ ਸੀ 1905 ਵਿੱਚ? ਬੰਗਾਲ ਦੀ ਜਿਹੜੀ ਹੈ ਵੰਡ ਹੋਈ ਸੀ। ਠੀਕ ਹੈ, ਆਪਾਂ ਆਪਸ਼ਨਾਂ ਵੀ ਜਿਹੜੀਆਂ ਇਹ ਵੀ ਸੋਲਵ ਕਰਦੇ ਜਾਵਾਂਗੇ। ਔਰ 1909 ਚ ਕੀ ਹੋਇਆ ਸੀ? ਤਾਂ ਜਿਹੜਾ ਆਪਾਂ ਕਹਿ ਸਕਦੇ ਹਾਂ ਪੂਰਨ ਨਿਰਵਾਚਨ ਮਿਲਿਆ ਸੀ। ਠੀਕ ਆ, ਵੋਟ ਪਾਉਣ ਦਾ ਜਿਹੜਾ ਅਧਿਕਾਰ। ਠੀਕ ਹੈ ਜੀ। ਤਾਂ ਅੱਗੇ ਆਪਣੇ ਕੋਲੇ 1907 ਦੀ ਗੱਲ ਕਰ ਲਈਏ ਤਾਂ ਇੱਥੇ ਕੀ ਹੋਇਆ ਸੀ? ਸੂਰਤ ਸੈਸ਼ਨ ਦੇ ਵਿੱਚ ਕਾਂਗਰਸ ਦੀ ਜਿਹੜੀ ਹੈ ਵੰਡ ਹੋ ਗਈ ਸੀ। ਠੀਕ ਹੈ ਜੀ। ਹੁਣ ਦੇਖੋ ਇੱਕ ਇੱਕ ਪ੍ਰਸ਼ਨ ਤੋਂ ਜਿਹੜਾ ਆਪਾਂ ਅਲੱਗ-ਅਲੱਗ ਕਈ ਪੁਆਇੰਟ ਸੋਲਵ ਕਰ ਰਹੇ ਹਾਂ, ਤਾਂ ਕਿ ਜਿਹੜਾ ਪੇਪਰ ਦੇ ਵਿੱਚ ਤੁਹਾਨੂੰ ਬਹੁਤ ਹੀ ਈਜ਼ੀ ਵੇ ਦੇ ਨਾਲ ਪੇਪਰ ਦਾ ਜਿਹੜਾ ਹੱਲ ਜਿਹੜਾ ਆਨਸਰ ਜਿਹੜੇ ਇੱਕ ਇੱਕ ਮਿਲ ਸਕਣ। ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਜਲਿਆਂਵਾਲੇ ਬਾਗ ਕਾਂਡ ਜਿਹੜਾ ਸੀ ਇਹ ਕਿਸ ਘਟਨਾ ਦਾ ਨਤੀਜਾ ਸੀ? ਹੁਣ ਇਹ ਕਿਹੜੀ ਘਟਨਾ ਘਟੀ ਸੀ ਤੇ ਜਲਿਆਂਵਾਲੇ ਬਾਗ 'ਚ ਲੋਕਾਂ ਨੂੰ ਇਕੱਠਾ ਹੋਣਾ ਪਿਆ ਤੇ ਉੱਥੇ ਆ ਕੇ ਫਿਰ ਅੰਗਰੇਜ਼ ਜਿਹੜੇ ਨੇ ਧਾਵਾ ਬੋਲ ਦਿੰਦੇ ਨੇ? ਤਾਂ ਏ ਤੇ ਆਪਸ਼ਨ ਹੈ ਸਾਈਮਨ ਕਮਿਸ਼ਨ, ਬੀ ਤੇ ਹੈ ਕਾਮਾਗਾਟਾ ਮਾਰੂ ਘਟਨਾ, ਸੀ ਤੇ ਹੈ ਰੋਲਟ ਐਕਟ ਤੇ ਡੀ ਤੇ ਹੈ ਉਪਰੋਕਤ ਸਾਰੇ। ਤਾਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਸਾਈਮਨ ਕਮਿਸ਼ਨ ਦੇ ਬਾਰੇ ਵਿੱਚ। ਤਾਂ ਸਾਈਮਨ ਕਮਿਸ਼ਨ ਕਦੋਂ ਆਉਂਦੇ ਨੇ ਭਾਰਤ 'ਚ? 1928 ਚ। ਤਾਂ ਇਹ ਤਾਂ ਬਿਲਕੁਲ ਹੀ ਨਹੀਂ ਹੋ ਸਕਦਾ। ਠੀਕ ਹੈ, ਆਪਸ਼ਨ ਗਲਤ ਹੈ। ਅੱਗੇ ਹੈ ਜੀ ਕਾਮਾਗਾਟਾ ਮਾਰੂ ਘਟਨਾ, ਇਹ ਕਦੋਂ ਵਾਪਰੀ ਸੀ? 1914 ਚ। ਠੀਕ ਹੈ, ਦੇਖੋ ਉਹ 1900 ਜਲਿਆਂਵਾਲਾ ਬਾਗ ਜਿਹੜਾ 1919 ਚ ਹੋਇਆ, ਤਾਂ 5 ਸਾਲਾਂ ਬਾਅਦ ਤਾਂ ਕੋਈ ਵੀ ਘਟਨਾ ਦਾ ਬਦਲਾ ਜਿਹੜਾ ਕ੍ਰਾਂਤੀਕਾਰੀ ਨਹੀਂ ਸੀ ਲੈਂਦੇ, ਇਹ ਵੀ ਨਹੀਂ ਹੋ ਸਕਦੀ। ਤਾਂ ਸੀ ਆਪਸ਼ਨ ਹੈ ਰੋਲਟ ਐਕਟ। ਤਾਂ ਇਹੀ ਇਸ ਦਾ ਆਨਸਰ ਹੈ ਜੀ। ਰੋਲਟ ਐਕਟ 1919 ਚ ਆਇਆ। ਕੀ ਕਾਰਨ ਸੀ ਕਿ ਬਿਨਾ ਨੋ ਅਪੀਲ, ਨੋ ਵਕੀਲ, ਨੋ ਦਲੀਲ ਦੇ ਆਧਾਰ ਤੇ ਕਿਸੇ ਨੂੰ ਵੀ ਬਿਨਾ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗ੍ਰਿਫਤਾਰ ਕਰਨ ਦਾ ਜਿਹੜਾ ਹੱਕ ਅੰਗਰੇਜ਼ੀ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ, ਜਿਸ ਦੇ ਕਰਕੇ ਕਿ ਭਾਰਤੀਆਂ ਨੇ ਬਗਾਵਤ ਕਰਨੀ ਸ਼ੁਰੂ ਕਰ ਦਿੱਤੀ ਸੀ ਇਸ ਤਰੀਕੇ ਦੇ ਨਾਲ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ, ਹੰਟਰ ਕਮੇਟੀ ਦਾ ਸਬੰਧ ਹੈ। ਹੰਟਰ ਕਮੇਟੀ ਦਾ ਦੇਖੋ ਸਬੰਧ ਕਿਹਦੇ ਨਾਲ ਹੈ? ਤਾਂ ਏ ਤੇ ਆਪਸ਼ਨ ਹੈ ਸਾਈਮਨ ਕਮਿਸ਼ਨ, ਬੀ ਤੇ ਹੈ ਦਿੱਲੀ ਦਰਬਾਰ, ਸੀ ਤੇ ਹੈ ਕ੍ਰਿਪਸ ਮਿਸ਼ਨ ਤੇ ਡੀ ਤੇ ਹੈ ਜਲਿਆਂਵਾਲਾ ਬਾਗ। ਤਾਂ ਰਾਈਟ ਆਪਸ਼ਨ ਹੋ ਜਾਏਗਾ ਜੀ ਡੀ ਆਪਸ਼ਨ। ਜਲਿਆਂਵਾਲੇ ਬਾਗ ਦਾ ਜਿਹੜਾ ਸਬੰਧ ਹੈ ਹੰਟਰ ਕਮੇਟੀ ਦੇ ਨਾਲ ਹੈ। ਸਾਈਮਨ ਕਮਿਸ਼ਨ ਮੈਂ ਤੁਹਾਨੂੰ ਦੱਸ ਚੁੱਕਿਆ 1928 ਚ ਆਇਆ। ਦਿੱਲੀ ਦਰਬਾਰ ਕਦੋਂ ਲੱਗਿਆ ਸੀ? ਤਾਂ ਇਹ ਲੱਗਿਆ ਸੀ ਜੀ 1911 ਦੇ ਵਿੱਚ।
ਔਰ ਕ੍ਰਿਪਸ ਮਿਸ਼ਨ ਦੀ ਗੱਲ ਕਰੀਏ ਤਾਂ ਇਹ ਕਦੋਂ ਹੋਣ ਦੇ ਵਿੱਚ ਆਉਂਦਾ 1942 ਦੇ ਵਿੱਚ। ਠੀਕ ਹੈ ਜੀ, ਇਸ ਤਰੀਕੇ ਦੇ ਨਾਲ ਅੱਗੇ ਵਧਦੇ ਹਾਂ ਜੀ। ਅੱਗੇ ਆ ਜਲਿਆਂਵਾਲਾ ਬਾਗ ਜਿਹੜਾ ਸੀ ਕਾਂਡ ਵਿਰੋਧ ਵਿੱਚ ਗਾਂਧੀ ਜੀ ਨੇ ਕਿਹੜਾ ਅੰਦੋਲਨ ਚਲਾ ਲਿਆ ਸੀ। ਠੀਕ ਹੈ ਕਿ ਜਲਿਆਂਵਾਲਾ ਬਾਗ ਕਾਂਡ ਹੋਇਆ, ਲੋਕ ਜਿਹੜੇ ਨੇ ਮਾਰੇ ਗਏ, ਜਿਸ ਤੋਂ ਬਾਅਦ ਗਾਂਧੀ ਜੀ ਨੇ ਕਿਹੜਾ ਅੰਦੋਲਨ ਚਲਾਇਆ ਸੀ। ਇਹ ਤੇ ਆਪਸ਼ਨ ਹੈ NCM। NCM ਮਤਲਬ ਕੀ ਹੋ ਗਿਆ, ਨਾਨ ਕੋਆਪਰੇਟ ਜਿਹੜੀ ਆ ਮੂਵਮੈਂਟ। B ਤੇ ਆਪਣੇ ਕੋਲੇ CDM ਚੰਪਾਰਨ ਅੰਦੋਲਨ ਆਪਾਂ ਕਹਿ ਸਕਦੇ ਆ, ਤੇ D ਤੇ ਹੈ QIM ਕੁਇਟ ਇੰਡੀਆ ਮੂਵਮੈਂਟ, D ਤੇ ਚੰਪਾਰਨ ਅੰਦੋਲਨ। ਦੇਖੋ ਜੀ ਜਿਹੜੀ ਰਾਈਟ ਆਪਸ਼ਨ ਹੋ ਜਾਏਗੀ ਤਾਂ ਉਹ ਹੋ ਜਾਏਗੀ ਆਪਣੇ ਕੋਲੇ A, ਨਾਨ ਕਾਰਪੋਰੇਟ ਜਾਂ ਕਾਰਪੋਰੇਸ਼ਨ ਇੰਡੀਆ ਮੂਵਮੈਂਟ ਚੱਲਿਆ ਸੀ। ਇਹ ਨਾਲ ਇਹਨਾਂ ਦੇ ਰਲ ਗਏ ਸੀ, ਖਿਲਾਫਤ ਅੰਦੋਲਨ ਵੀ ਬਣ ਗਿਆ ਸੀ, ਅਸਹਿਯੋਗ ਤੇ ਖਿਲਾਫਤ। ਤਾਂ ਉਧਰ ਖਿਲਾਫਤ ਅੰਦੋਲਨ ਵੀ ਚੱਲ ਰਿਹਾ ਸੀ, ਇਹ ਚੱਲਿਆ ਸੀ। ਜੇਕਰ ਗੱਲ ਕਰਾਂ ਗਾਂਧੀ ਜੀ ਦਾ ਅੰਦੋਲਨ 1919 ਤੋਂ ਲੈ ਕੇ 1922 ਤੱਕ ਕੀ ਹੁੰਦਾ, ਚੋਰਾ ਚੋਰੀ ਦੀ ਘਟਨਾ ਹੋ ਜਾਂਦੀ, ਜਿਸ ਤੋਂ ਬਾਅਦ ਗਾਂਧੀ ਜੀ ਜਿਹੜਾ ਇਹ ਅੰਦੋਲਨ ਵਾਪਸ ਲੈ ਲੈਂਦੇ ਨੇ। ਜਿਹੜਾ ਖਿਲਾਫਤ ਅੰਦੋਲਨ ਚੱਲਿਆ ਸੀ ਨਾ, ਕੱਲਾ ਖਿਲਾਫਤ ਕਹੀਏ ਤਾਂ ਉਹ ਚੱਲਿਆ ਸੀ ਜੀ 1919 ਤੋਂ ਲੈ ਕੇ 1924 ਤੱਕ। ਠੀਕ ਹੈ, ਇਸ ਤਰੀਕੇ ਦੇ ਨਾਲ ਤੁਸੀਂ ਇਹ ਵੀ ਚੀਜ਼ ਜਿਹੜੀ ਹੈ ਯਾਦ ਰੱਖਣੀ ਹੈ। ਅੱਗੇ ਹੈ ਜੀ, ਸਭ ਤੋਂ ਛੋਟੀ ਉਮਰ ਵਿੱਚ ਸ਼ਹੀਦ ਹੋਣ ਵਾਲਾ ਕ੍ਰਾਂਤੀਕਾਰੀ ਕੌਣ ਸੀ। ਤਾਂ A ਤੇ ਆਪਸ਼ਨ ਹੈ ਪ੍ਰਫੁੱਲਤ ਚਾਕੀ, B ਤੇ ਹੈ ਖੁਦੀਰਾਮ ਬੋਸ, C ਤੇ ਭਗਤ ਸਿੰਘ, D ਤੇ ਹੈ ਮਹਾਤਮਾ ਗਾਂਧੀ। ਦੇਖੋ ਸਾਰੇ ਵਿਦਿਆਰਥੀਆਂ ਦਾ ਮਨ ਇਹੀ ਹੋਏਗਾ ਕਿ ਭਗਤ ਸਿੰਘ ਜਿਹੜੇ ਨੇ ਛੋਟੀ ਉਮਰ ਦੇ ਸਨ, ਤਾਂ ਇਸ ਕਰਕੇ ਕੀ ਹੈ ਸਭ ਤੋਂ ਛੋਟੇ ਸ਼ਹੀਦ ਸਨ, ਮਤਲਬ ਸ਼ਹੀਦੀ ਪਾਉਣ ਵਾਲੇ ਸਭ ਤੋਂ ਛੋਟੀ ਉਮਰ ਦੇ ਜਿਹੜੇ ਕ੍ਰਾਂਤੀਕਾਰੀ ਸਨ। ਪਰ ਵਿਦਿਆਰਥੀ ਸਾਥੀਓ ਇਹ ਆਪਸ਼ਨ ਰੋਂਗ ਹੋ ਜਾਏਗੀ। ਤਾਂ ਦੇਖੋ ਇਹਨਾਂ ਤੋਂ ਵੀ ਛੋਟੀ ਉਮਰ ਦੇ ਦੋ ਇਨਸਾਨ ਸੀਗੇ, ਪ੍ਰਫੁੱਲਤ ਚਾਕੀ ਤੇ B ਤੇ ਆ ਖੁਦੀਰਾਮ ਬੋਸ। ਦੇਖੋ ਇਹ ਦੋਵੇਂ ਜਣੇ ਰਲ ਕੇ ਕੀ ਕਰਦੇ ਨੇ, ਇਹ ਨਾ ਰਲ ਕੇ ਬੰਬ ਸੱਟਦੇ ਨੇ ਕਿਸੇ ਅੰਗਰੇਜ਼ ਦੇ ਉੱਪਰ। ਠੀਕ ਹੈ, ਕਿਸੇ ਅੰਗਰੇਜ਼ ਜੱਜ ਦੇ ਉੱਪਰ ਸੱਟਦੇ ਨੇ। ਪਰ ਉੱਥੇ ਕੀ ਹੁੰਦਾ, ਉਹ ਜਿਹੜਾ ਜੱਜ ਸੀ ਉਸ ਕਾਰ ਦੇ ਵਿੱਚ ਨਹੀਂ ਸੀ, ਉਸ ਦੇ ਵਿੱਚ ਕੌਣ ਸੀਗਾ, ਉੱਥੇ ਇੱਕ ਕੈਨੇਡੀ ਨਾਮ ਦਾ ਵਿਅਕਤੀ ਸੀਗਾ। ਠੀਕ ਹੈ ਜੀ, ਇਹ ਕੀ ਸੀਗਾ, ਇਹ ਹੁਣ ਭਾਰਤ ਹਿਤੈਸ਼ੀ ਸੀਗਾ। ਭਾਰਤ ਹਿਤੈਸ਼ੀ ਹੋਣ ਦੇ ਕਰਕੇ ਦੋਵਾਂ ਜਣਿਆਂ ਨੂੰ ਇਹਨਾਂ ਨੂੰ ਬਹੁਤ ਫੀਲ ਹੁੰਦਾ ਕਿ ਅਸੀਂ ਤਾਂ ਆਪਦਾ ਬੰਦਾ ਹੀ ਮਾਰ ਬੈਠੇ। ਜਿਸ ਤੋਂ ਬਾਅਦ ਕੀ ਹੁੰਦਾ, ਜਿਹੜੇ ਪ੍ਰਫੁੱਲਤ ਚਾਕੀ ਨੇ ਇਹ ਕੀ ਨੇ, ਸੁਸਾਈਡ ਕਰ ਲੈਂਦੇ ਨੇ। ਠੀਕ ਹੈ ਜੀ, ਇਹ ਕੀ ਕਰਦੇ ਨੇ, ਸੁਸਾਈਡ ਕਰ ਲੈਂਦੇ ਨੇ, ਮਤਲਬ ਕਿ ਮੌਤ ਨੂੰ ਆਪਣੇ ਗਲੇ ਲਗਾ ਲੈਂਦੇ ਨੇ। ਔਰ B ਤੇ ਆ ਖੁਦੀਰਾਮ ਬੋਸ, ਇਹਨਾਂ ਨੂੰ ਕੀ ਆ ਗ੍ਰਿਫਤਾਰ ਕਰ ਲਿਆ ਜਾਂਦਾ। ਇਹਨਾਂ ਦੀ ਉਮਰ ਸੀਗੀ 18 ਸਾਲ। ਹੁਣ ਗ੍ਰਿਫਤਾਰ ਕਰਕੇ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਆ 1908 ਚ। ਤਾਂ ਇਸ ਕਰਕੇ ਖੁਦੀਰਾਮ ਬੋਸ ਜਿਹੜਾ ਇਸ ਕੁਐਸਚਨ ਦਾ ਜਿਹੜਾ ਆਨਸਰ ਬਿਲਕੁਲ ਠੀਕ ਹੋ ਜਾਏਗਾ। ਅੱਗੇ ਹੈ ਜੀ 22 ਨੰਬਰ ਪ੍ਰਸ਼ਨ ਹੈ, ਕਿਸ ਦੇ ਯਤਨਾਂ ਨਾਲ ਸਤੀ ਪ੍ਰਥਾ ਬੈਨ ਹੋਈ। A ਤੇ ਬੈਂਟਿੰਗ, B ਤੇ ਰਾਜਾ ਰਾਮ ਮੋਹਨ ਰਾਏ, C ਤੇ ਲਾਰਡ ਮੈਕਾਲੇ, D ਤੇ ਈਸ਼ਵਰ ਚੰਦਰ ਵਿਦਿਆਸਾਗਰ। ਤਾਂ ਦੇਖੋ ਯਤਨ ਪੁੱਛਿਆ ਤਾਂ ਉਹ ਸੀਗਾ B, ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਸਦਕਾ। ਕਿਉਂ? ਕਿਉਂਕਿ ਇਹਨਾਂ ਦੀ ਜਿਹੜੀ ਸੀ ਭਾਬੀ ਨੂੰ ਸਤੀ ਕਰ ਦਿੱਤਾ ਜਾਂਦਾ, ਇਹਨਾਂ ਦੇ ਭਰਾ ਦੀ ਮੌਤ ਹੋ ਜਾਂਦੀ, ਜਿਸ ਦੇ ਵਿੱਚ ਚਿਤਾ ਦੇ ਵਿੱਚ ਇਹਨਾਂ ਦੀ ਭਾਬੀ ਨੂੰ ਜਲਾ ਦਿੱਤਾ ਜਾਂਦਾ, ਜਿਸ ਦਾ ਦੁੱਖ ਜਿਹੜਾ ਰਾਜਾ ਰਾਮ ਮੋਹਨ ਰਾਏ ਨੂੰ ਲੱਗਦਾ। ਤਾਂ ਉਹ ਇੱਕ ਨਾ ਇੱਕ ਦਿਨ ਠਾਣ ਲੈਂਦੇ ਨੇ ਕਿ ਅਸੀਂ ਸਤੀ ਪ੍ਰਥਾ ਨੂੰ ਬੰਦ ਕਰਵਾ ਕੇ ਹੀ ਰਹਾਂਗੇ। ਇਸ ਕਰਕੇ ਇਹਨਾਂ ਨੇ ਜਿਹੜੇ ਬਹੁਤ ਸਾਰੇ ਯਤਨ ਕੀਤੇ ਸੀ। ਔਰ ਜੇਕਰ ਮੈਂ ਗੱਲ ਕਰਾਂ ਬੈਂਟਿਕ ਦੀ, ਤਾਂ ਜੇਕਰ ਸਮਾਂ ਪੁੱਛ ਲੈਣ, ਟਾਈਮ ਪੀਰੀਅਡ ਪੁੱਛ ਲੈਣ, ਕਿਹੜੇ ਲਾਰਡ ਦੇ ਸਮੇਂ ਸਤੀ ਪ੍ਰਥਾ ਬੰਦ ਹੋਈ ਸੀ, 1829 ਚ ਹੋਈ ਹੈ, ਲਾਰਡ ਵਿਲੀਅਮ ਬੈਂਟਿਕ ਦੇ ਸਮੇਂ ਵਿੱਚ। ਤਾਂ ਇਸ ਸਮੇਂ ਹੀ ਜਿਹੜੀ ਆ ਭਾਰਤ ਵਿੱਚ ਅੰਗਰੇਜ਼ੀ ਜਿਹੜੀ ਆ ਲਾਗੂ ਕੀਤੀ ਜਾਂਦੀ ਹੈ, ਇਹ ਵੀ ਯਾਦ ਰੱਖ ਸਕਦੇ ਹੋ। ਅੱਗੇ ਵਧਦੇ ਹਾਂ ਜੀ, ਭਾਰਤੀ ਰਾਸ਼ਟਰਵਾਦ ਦਾ ਪੈਗੰਬਰ ਕਿਸ ਨੂੰ ਕਹਿੰਦੇ ਹਨ। ਭਾਰਤੀ ਰਾਸ਼ਟਰਵਾਦ ਦਾ ਪੈਗੰਬਰ ਪੁੱਛਿਆ ਤਾਂ A ਤੇ ਆਪਣੇ ਕੋਲੇ MK ਗਾਂਧੀ, B ਤੇ ਰਵਿੰਦਰਨਾਥ ਟੈਗੋਰ, C ਤੇ ਰਾਜਾ ਰਾਮ ਮੋਹਨ ਰਾਏ, ਤੇ D ਤੇ ਦਇਆਨੰਦ ਸਰਸਵਤੀ। ਤਾਂ C ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਰਾਜਾ ਰਾਮ ਮੋਹਨ ਰਾਏ, ਜਿਨ੍ਹਾਂ ਨੂੰ ਕੀ ਆ ਭਾਰਤੀ ਰਾਸ਼ਟਰਵਾਦ ਦਾ ਪੈਗੰਬਰ ਕਿਹਾ ਜਾਂਦਾ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ 24 ਨੰਬਰ ਪ੍ਰਸ਼ਨ ਹੈ, ਰਾਜਾ ਰਾਮ ਮੋਹਨ ਰਾਏ ਨੂੰ ਰਾਜਾ ਦੀ ਉਪਾਧੀ ਕਿਹਨੇ ਦਿੱਤੀ ਸੀ। ਤਾਂ ਰਾਜਾ ਦੀ ਉਪਾਧੀ ਦੇਣ ਵਾਲੇ ਕੌਣ ਸਨ, ਤਾਂ ਉਹ ਸਨ ਅਕਬਰ ਦੂਜਾ। ਠੀਕ ਹੈ ਜੀ, ਅਕਬਰ ਸੈਕਿੰਡ ਸੀ। ਇਹਨੇ ਹੁਣ ਕਿਸ ਸਮੇਂ ਦਿੱਤੀ ਸੀ, 1830 ਚ। ਉਪਾਧੀ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਹ ਲੰਡਨ ਚਲੇ ਜਾਂਦੇ ਨੇ ਰਾਜਾ ਰਾਮ ਮੋਹਨ ਰਾਏ ਜੀ। 1833 ਚ ਇਹਨਾਂ ਦੀ ਪਾਰਕ ਵਿੱਚ ਮੌਤ ਹੋ ਜਾਂਦੀ, ਤਾਂ ਜਿੱਥੇ ਇਹਨਾਂ ਦਾ ਕੀ ਆ ਲੰਡਨ ਚ ਹੀ ਮਕਬਰਾ ਜਿਹੜਾ ਉਹ ਬਣਿਆ ਹੋਇਆ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 25 ਨੰਬਰ ਪ੍ਰਸ਼ਨ ਹੈ, ਸਤਿਆਰਥ ਪ੍ਰਕਾਸ਼ ਕਿਸ ਨੇ ਲਿਖਿਆ ਸੀ। ਠੀਕ ਹੈ ਜੀ, A ਤੇ ਆਪਸ਼ਨ ਹੈ ਰਾਜਾ ਰਾਮ ਮੋਹਨ ਰਾਏ, B ਤੇ ਹੈ ਸਵਾਮੀ ਵਿਵੇਕਾਨੰਦ,
ਸੀ ਤੇ ਹੈ ਬੀਜੀ ਤਿਲਕ, ਬਾਲ ਗੰਗਾਧਰ ਤਿਲਕ, ਡੀ ਤੇ ਆਪਣੇ ਕੋਲੇ ਸਵਾਮੀ ਦਇਆਨੰਦ ਸਰਸਵਤੀ। ਤਾਂ ਰਾਈਟ ਆਪਸ਼ਨ ਜਿਹੜੀ ਹੋ ਜਾਏਗੀ ਸਵਾਮੀ ਦਇਆਨੰਦ ਸਰਸਵਤੀ, ਜਿਨ੍ਹਾਂ ਨੇ ਆਰੀਆ ਸਮਾਜ ਅੰਦੋਲਨ ਜਿਹੜਾ ਸ਼ੁਰੂ ਕੀਤਾ ਸੀ 1875 ਦੇ ਵਿੱਚ। ਗੁਲਾਮਗਿਰੀ ਕਿਸ ਦੀ ਰਚਨਾ ਹੈ? ਗੁਲਾਮਗਿਰੀ ਰਚਨਾ ਪੁੱਛੀ ਜੀ ਕਿਹਦੀ ਸੀਗੀ? ਏ ਤੇ ਆਪਸ਼ਨ ਆਪਣੇ ਕੋਲੇ ਮਹਾਤਮਾ ਗਾਂਧੀ, ਬੀ ਤੇ ਹੈ ਬੀ ਆਰ ਅੰਬੇਦਕਰ, ਸੀ ਤੇ ਮਹਾਤਮਾ ਜੋਤੀਬਾ ਫੁੱਲੇ। ਠੀਕ ਹੈ, ਇੱਥੇ ਜੋਤੀਬਾ ਫੁੱਲੇ ਆਣਾ ਸੀ, ਜੋਤੀਬਾ ਬਾਈ ਫੁੱਲੇ। ਡੀ ਤੇ ਹੈ ਟੀ ਐਨ ਨਾਇਰ। ਤਾਂ ਸੀ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ ਜੀ, ਜੋਤੀਬਾ ਫੁੱਲੇ ਹੀ ਸੀ ਗੁਲਾਮਗਿਰੀ ਦੇ ਜਿਹੜੇ ਨੇ ਰਚਨਹਾਰ ਮੰਨੇ ਜਾਂਦੇ ਨੇ। ਦੀ ਲਾਈਫ ਆਫ ਮਹਾਤਮਾ ਗਾਂਧੀ ਪੁਸਤਕ ਦੇ ਲੇਖਕ ਕੌਣ ਸਨ? ਏ ਤੇ ਆਪਸ਼ਨ ਹੈ ਲਾਰਡ ਮੈਕਾਲੇ, ਬੀ ਤੇ ਆਪਣੇ ਕੋਲੇ ਮਾਊਂਟ ਬੈਟਨ, ਸੀ ਤੇ ਹੈ ਬੈਂਟਿਕ ਤੇ ਡੀ ਤੇ ਹੈ ਲੂਈ ਫਿਸ਼ਰ। ਤਾਂ ਵਿਦਿਆਰਥੀ ਸਾਥੀਓ ਜਿਹੜਾ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਲੂਈ ਫਿਸ਼ਰ ਹੋ ਜਾਏਗੀ। ਹੁਣ ਜੇਕਰ ਮੈਂ ਗੱਲ ਕਰਾਂ ਲੂਈ ਫਿਸ਼ਰ ਦੇ ਬਾਰੇ ਹੋਰ ਥੋੜਾ ਡੈਪਥ ਦੇ ਨਾਲ ਸਮਝਾਂ ਤਾਂ ਉਹ ਕੀ ਸੀਗੇ? ਅਮਰੀਕਾ ਤੋਂ ਸੀਗੇ। ਤਾਂ ਇਸ ਬੰਦੇ ਨੇ ਕੀ ਆ ਗਾਂਧੀ ਦੀ ਹੈਲਪ ਕਰੀ ਸੀਗੀ ਕੁਇਟ ਇੰਡੀਆ ਮੂਵਮੈਂਟ ਦੇ ਵਿੱਚ। ਤਾਂ ਤੁਸੀਂ ਇਹ ਚੀਜ਼ ਵੀ ਯਾਦ ਰੱਖਣੀ ਹੈ, ਠੀਕ ਹੈ ਜੀ। ਤਾਂ ਜੇਕਰ ਹੁਣ ਮੈਂ ਬੈਂਟਿਕ ਦੀ ਗੱਲ ਕਰਾਂ ਤਾਂ ਬੈਂਟਿਕ ਕੌਣ ਸੀ? ਪਹਿਲਾ ਗਵਰਨਰ ਜਨਰਲ, ਠੀਕ ਹੈ ਜੀ। ਤੇ ਮਾਊਂਟ ਬੈਟਨ ਸਭ ਨੂੰ ਪਤਾ, ਬੈਟਨ ਘੋਸ਼ਣਾ ਬਾਰੇ ਵੀ ਸਭ ਨੂੰ ਪਤਾ। ਤਾਂ ਕੀ ਸੀਗੇ? ਅੰਤਿਮ ਵਾਇਸਰਾਏ ਸੀਗੇ, ਠੀਕ ਹੈ ਜੀ। ਇਹ ਚੀਜ਼ ਤੁਸੀਂ ਇੱਥੋਂ ਯਾਦ ਰੱਖ ਸਕਦੇ ਹੋ। ਤੇ ਮੈਕਾਲੇ ਇਹਨਾਂ ਦੇ ਸਮੇਂ ਕੀ ਸੀਗਾ? ਇੰਗਲਿਸ਼ ਜਿਹੜੀ ਆ ਲਾਗੂ ਹੁੰਦੀ ਆ 1835 ਵਿੱਚ, ਮਤਲਬ ਇੰਗਲਿਸ਼ ਜਿਹੜੀ ਆ ਇੱਥੇ ਲਾਗੂ ਹੋਈ ਸੀਗੀ। ਅੱਗੇ ਜਾਣਦੇ ਆ ਜੀ, ਅੱਗੇ ਆ ਸਾਡੇ ਕੋਲੇ ਅੱਜ ਦਾ 2 ਨੰਬਰ ਪ੍ਰਸ਼ਨ ਹੈ। ਅਮਰੀਕਨ ਗਾਂਧੀ ਕਿਸ ਨੂੰ ਕਿਹਾ ਜਾਂਦਾ ਹੈ? ਅਮਰੀਕਨ ਗਾਂਧੀ ਪੁੱਛਿਆ ਆਪਣੇ ਕੋਲੋਂ। ਏ ਤੇ ਆਪਸ਼ਨ ਹੈ ਸੁਕਰਾਤ, ਬੀ ਤੇ ਮੈਕਾਲੇ, ਸੀ ਤੇ ਬੈਂਟਿਕ, ਡੀ ਤੇ ਹੈ ਮਾਰਟਿਨ ਲੂਥਰ ਕਿੰਗ। ਤਾਂ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਡੀ ਜੀ, ਮਾਰਟਿਨ ਲੂਥਰ ਕਿੰਗ ਨੂੰ ਕੀ ਕਿਹਾ ਜਾਂਦਾ? ਅਮਰੀਕਨ ਗਾਂਧੀ ਕਿਹਾ ਜਾਂਦਾ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਸਾਡੇ ਕੋਲੇ ਐਮ ਕੇ ਗਾਂਧੀ ਯਾਨੀ ਕਿ ਮੋਹਨਦਾਸ ਕਰਮਚੰਦ ਗਾਂਧੀ ਨੇ ਕਿਸ ਆਰਟੀਸੀ ਵਿੱਚ ਭਾਗ ਲਿਆ? ਰਾਉਂਡ ਟੇਬਲ ਕਾਨਫਰੰਸ ਯਾਨੀ ਕਿ ਗੋਲ ਮੇਜ਼ ਕਾਨਫਰੰਸ, ਠੀਕ ਹੈ ਜੀ। ਤਾਂ ਇਹ ਕਿੰਨੀਆਂ ਹੋਈਆਂ ਸੀਗੀਆਂ ਟੋਟਲ ਆਰਟੀਸੀ? 3 ਹੋਈਆਂ ਸੀ। ਕਦੋਂ ਕਦੋਂ ਹੋਈਆਂ? 1930 ਚ, 31 ਚ ਤੇ 32 ਚ, ਠੀਕ ਹੈ ਜੀ। ਤਾਂ ਇਹਨਾਂ ਦੇ ਜੇਕਰ ਨੇਤਾ ਦੀ ਗੱਲ ਕਰੀਏ ਤਾਂ ਕੌਣ ਸੀ? ਬੀ ਆਰ ਅੰਬੇਦਕਰ ਜੀ, ਔਰ ਨਾਲ ਹੀ ਸੀਗੇ ਅਲੀ ਤੇਜ ਬਹਾਦਰ ਜੀ, ਠੀਕ ਹੈ ਜੀ। ਇਹ ਯਾਦ ਰੱਖਣਾ ਤੁਸੀਂ। ਪਰ ਗਾਂਧੀ ਜੀ ਨੇ ਕਿਹੜੀ ਮੀਟਿੰਗ 'ਚ ਭਾਗ ਲਿਆ ਸੀ? ਕਿਹੜੀ ਕਾਨਫਰੰਸ 'ਚ ਭਾਗ ਲਿਆ? ਤਾਂ ਉਹ ਸੀਗੀ ਜੀ ਸੈਕਿੰਡ, ਠੀਕ ਹੈ, 1931 ਵਿੱਚ। ਇਹ ਯਾਦ ਰੱਖ ਲਿਆ ਜੀ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਹੈ ਜੀ ਸਾਡੇ ਕੋਲੇ ਅੱਜ ਦਾ 4 ਨੰਬਰ ਪ੍ਰਸ਼ਨ ਹੈ। ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਕਿਸ ਨੇ ਕਿਹਾ ਸੀ? ਰਾਸ਼ਟਰਪਿਤਾ ਏ ਤੇ ਆਪਸ਼ਨ ਹੈ ਸੁਭਾਸ਼ ਚੰਦਰ ਬੋਸ, ਬੀ ਤੇ ਰਵਿੰਦਰਨਾਥ ਟੈਗੋਰ, ਸੀ ਤੇ ਹੈ ਜਵਾਹਰ ਲਾਲ ਨਹਿਰੂ, ਡੀ ਤੇ ਆਪਣੇ ਕੋਲੇ ਬਾਲ ਗੰਗਾਧਰ ਤਿਲਕ। ਤਾਂ ਦੇਖੋ ਵਿਦਿਆਰਥੀ ਸਾਥੀਓ, ਜਦੋਂ ਸੁਭਾਸ਼ ਚੰਦਰ ਬੋਸ ਜੀ ਨੇ ਆਜ਼ਾਦ ਹਿੰਦ ਫੌਜ ਦਾ ਗਠਨ ਕੀਤਾ, ਆਜ਼ਾਦ ਹਿੰਦ ਫੌਜ, ਤਾਂ ਇਹ ਕੀ ਸੀ? ਜਾਪਾਨ ਦੇ ਵਿੱਚ ਬਰਲਿਨ ਨਾਮਕ ਜਗ੍ਹਾ ਤੋਂ ਕੀ ਸੀਗੇ? ਰੇਡੀਓ ਤੇ ਪ੍ਰਸਾਰਿਤ ਹੁੰਦੇ ਨੇ। ਪ੍ਰਸਾਰਿਤ ਹੋ ਕੇ ਕਹਿੰਦੇ ਨੇ ਗਾਂਧੀ ਜੀ ਨੂੰ ਕਿ ਸਾਨੂੰ ਤੁਹਾਡੇ ਸਿਰਫ ਆਸ਼ੀਰਵਾਦ ਦੀ ਲੋੜ ਹੈ, ਠੀਕ ਹੈ। ਤਾਂ ਉਦੋਂ ਹੀ ਮਹਾਤਮਾ ਗਾਂਧੀ ਜੀ ਨੂੰ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਡੇ ਰਾਸ਼ਟਰਪਿਤਾ ਹੋ, ਸੁਭਾਸ਼ ਚੰਦਰ ਬੋਸ ਜੀ ਨੇ। ਇਹ ਆਪਸ਼ਨ ਜਿਹੜੀ ਹੈ ਇਹਦੇ ਲਈ ਬਿਲਕੁਲ ਸਹੀ ਹੋ ਜਾਏਗੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 5 ਨੰਬਰ ਪ੍ਰਸ਼ਨ ਹੈ। ਗਾਂਧੀ ਜੀ ਨੂੰ ਟਾਈਮ ਮੈਗਜ਼ੀਨ ਨੇ ਕਿਸ ਸਾਲ ਪਰਸਨ ਆਫ ਦੀ ਈਅਰ ਲਈ ਚੁਣਿਆ ਸੀ? ਕਿਹੜੇ ਸਾਲ ਚੁਣਿਆ ਸੀਗਾ ਜੀ? ਤਾਂ ਏ ਤੇ ਆਪਸ਼ਨ ਹੈ 1930, ਬੀ ਤੇ 1935, ਸੀ ਤੇ ਆਪਣੇ ਕੋਲੇ 1988 ਤੇ ਡੀ ਤੇ 1924। ਤਾਂ ਵਿਦਿਆਰਥੀ ਸਾਥੀਓ ਜੋ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ 1930 ਜਿਹੜੀ ਆ। 1930 ਦੇ ਵਿੱਚ ਟਾਈਮ ਮੈਗਜ਼ੀਨ ਕੀ ਕਰਦਾ? ਪਰਸਨ ਆਫ ਦੀ ਈਅਰ ਚੁਣਦਾ ਗਾਂਧੀ ਜੀ ਨੂੰ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 6 ਨੰਬਰ ਪ੍ਰਸ਼ਨ ਹੈ। ਗਾਂਧੀ ਜੀ ਦੇ ਰਾਜਨੀਤਿਕ ਗੁਰੂ ਪੁੱਛਿਆ। ਹੁਣ ਦੇਖ ਲਓ, ਰਾਜਨੀਤਿਕ ਗੁਰੂ ਪੁੱਛਿਆ। ਜੇਕਰ ਅਧਿਆਤਮਿਕ ਪੁੱਛੇ ਤਾਂ ਉਹ ਆਪਸ਼ਨ ਜਿਹੜੀ ਆ ਹੋਰ ਹੋ ਜਾਏਗੀ। ਜੇਕਰ ਰਾਜਨੀਤਿਕ ਦੀ ਗੱਲ ਕਰੀਏ ਤਾਂ ਕਿਹੜੀ ਹੋਊਗੀ ਇਹਨਾਂ ਚੋਂ? ਏ ਤੇ ਆਪਸ਼ਨ ਹੈ ਬਾਲ ਗੰਗਾਧਰ ਤਿਲਕ,
ਬੀ ਤੇ ਹੈ ਜੀਕੇ ਗੋਖਲੇ, ਸੀ ਤੇ ਹੈ ਟਾਲਸਟਾਏ ਤੇ ਡੀ ਤੇ ਉਪਰੋਕਤ ਸਾਰੇ। ਤਾਂ ਵਿਦਿਆਰਥੀ ਸਾਥੀਓ ਰਾਈਟ ਆਪਸ਼ਨ ਹੋ ਜਾਏਗੀ ਜੀਕੇ ਗੋਖਲੇ। ਜੇਕਰ ਇੱਥੇ ਆ ਜਾਂਦਾ ਅਧਿਆਤਮਿਕ ਗੁਰੂ, ਠੀਕ ਹੈ, ਜਾਂ ਆਦਰਸ਼ਵਾਦੀ ਅਧਿਆਤਮਿਕ ਗੁਰੂ, ਤਾਂ ਉਹ ਹੋ ਜਾਣੇ ਸੀ ਜੀ ਟਾਲਸਟਾਏ, ਠੀਕ ਹੈ, ਲੂਈ ਟਾਲਸਟਾਏ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਆ ਸਾਡੇ ਕੋਲੇ ਅੱਜ ਦਾ 7 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਦਾ ਪਹਿਲਾ ਸੱਤਿਆਗ੍ਰਹਿ ਕਿਹੜਾ ਸੀ? ਸੱਤਿਆਗ੍ਰਹਿ ਪੁੱਛ ਲਿਆ, ਪਹਿਲਾ ਕਿਹੜਾ ਸੀ? ਤਾਂ ਏ ਤੇ ਆਪਸ਼ਨ ਹੈ ਚੰਪਾਰਨ, ਬੀ ਤੇ ਅਸਹਿਯੋਗ, ਸੀ ਤੇ ਕੁਇਟ ਇੰਡੀਆ ਮੂਵਮੈਂਟ ਤੇ ਡੀ ਤੇ ਹੈ ਸੀਡੀਐਮ। ਠੀਕ ਹੈ ਜੀ। ਤਾਂ ਦੇਖੋ ਵਿਦਿਆਰਥੀ ਸਾਥੀਓ, ਜੇਕਰ ਮੈਂ ਗੱਲ ਕਰਾਂ ਪਹਿਲੇ ਅੰਦੋਲਨ ਦੀ, ਤਾਂ ਗਾਂਧੀ ਜੀ ਦਾ ਪਹਿਲਾ ਅੰਦੋਲਨ ਸੀਗਾ ਚੰਪਾਰਨ। ਹੁਣ ਚੰਪਾਰਨ ਅੰਦੋਲਨ ਜਿਹੜਾ ਇਹ ਕਿੱਥੇ ਹੋਇਆ ਸੀ? ਇਹ ਹੋਇਆ ਸੀ ਬਿਹਾਰ 'ਚ। ਇਸ ਨੂੰ 3/20 ਨਾਲ ਵੀ ਜਾਣਿਆ ਜਾਂਦਾ ਔਰ ਨਾਲ ਹੀ 3 ਇਕੱਠੀਆਂ ਨਾਲ ਵੀ ਜਾਣਿਆ ਜਾਂਦਾ। ਠੀਕ ਹੈ ਜੀ, 3 ਇਕੱਠੀਆਂ। ਕੀ ਹੋਇਆ ਸੀਗਾ? ਇਹ ਨੀਲ ਦੀ ਖੇਤੀ ਦੇ ਜਿਹੜਾ ਵਿਰੋਧ ਦੇ ਵਿੱਚ ਹੋਇਆ ਸੀ। ਠੀਕ ਹੈ ਜੀ। ਤਾਂ ਅੰਗਰੇਜ਼ਾਂ ਨੇ ਜ਼ਰੂਰੀ ਕਰ ਦਿੱਤਾ ਸੀ ਕਿ ਜਿਹਦੇ ਕੋਲੇ 20 ਏਕੜ ਜ਼ਮੀਨ ਹੈ ਉਹ 3 ਏਕੜ ਜਿਹੜੇ ਨੇ ਨੀਲ ਜਿਹੜਾ ਜ਼ਰੂਰ ਨੀਲ ਦੀ ਜਿਹੜੀ ਖੇਤੀ ਕਰੇਗਾ। ਤਾਂ ਕਰਕੇ ਗਾਂਧੀ ਜੀ ਨੇ ਪਹਿਲਾ ਜਿਹੜਾ ਸੱਤਿਆਗ੍ਰਹਿ ਚੰਪਾਰਨ ਵਿਖੇ ਯਾਨੀ ਕਿ ਬਿਹਾਰ ਵਿੱਚ ਕੀਤਾ ਸੀ। ਬਿਹਾਰ 'ਚ ਹੋਇਆ ਸੀ ਜੀ। ਅੱਗੇ ਹੈ ਜੀ, ਗਾਂਧੀ ਅਰਵਿੰਦ ਸਮਝੌਤਾ ਕਦੋਂ ਹੋਇਆ ਸੀ? ਗਾਂਧੀ ਦਾ ਤੇ ਅਰਵਿੰਦ ਦਾ। ਤਾਂ ਦੇਖੋ ਉਸ ਸਮੇਂ ਹੀ ਕੀ ਸੀਗਾ, ਉਸ ਤੋਂ ਥੋੜੇ ਹੀ ਸਮੇਂ ਬਾਅਦ ਭਗਤ ਸਿੰਘ ਜੀ ਨੂੰ ਫਾਂਸੀ ਦਿੱਤੀ ਜਾਂਦੀ। ਤਾਂ ਇਹ ਤੇ ਆਪਸ਼ਨ ਆਪਣੇ ਕੋਲੇ 5 ਮਾਰਚ 1931, ਬੀ ਤੇ ਹੈ 28 ਜੂਨ 1923, ਸੀ ਤੇ ਆਪਣੇ ਕੋਲੇ 28 ਅਕਤੂਬਰ 1930 ਤੇ ਡੀ ਤੇ ਆਪਣੇ ਕੋਲ 15 ਅਗਸਤ 1942। ਤਾਂ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ ਜੀ 5 ਨੰਬਰ। 5 ਨੰਬਰ ਆਪਸ਼ਨ ਜਿਹੜੀ 5 ਮਾਰਚ, ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। 5 ਮਾਰਚ 1931 ਨੂੰ ਗਾਂਧੀ ਤੇ ਅਰਵਿੰਦ ਦਾ ਸਮਝੌਤਾ ਹੁੰਦਾ। ਤਾਂ ਇਸ ਤੋਂ ਬਾਅਦ ਕੀ ਹੈ, ਭਗਤ ਸਿੰਘ ਜੀ ਨੂੰ ਫਾਂਸੀ ਦਿੱਤੀ ਜਾਂਦੀ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ 9 ਨੰਬਰ ਪ੍ਰਸ਼ਨ ਹੈ, ਰਵਿੰਦਰਨਾਥ ਟੈਗੋਰ ਨੂੰ ਗੁਰੂਦੇਵ ਦੀ ਉਪਾਧੀ ਕਿਹਨੇ ਦਿੱਤੀ ਸੀ? ਗੁਰੂਦੇਵ ਦੀ ਉਪਾਧੀ ਪੁੱਛ ਲਈ ਆਪਣੇ ਕੋਲੋਂ। ਤਾਂ ਏ ਤੇ ਆਪਸ਼ਨ ਹੈ ਲਾਲ ਬਹਾਦਰ ਸ਼ਾਸਤਰੀ, ਬੀ ਤੇ ਹੈ ਰਾਜਿੰਦਰ ਪ੍ਰਸਾਦ, ਸੀ ਤੇ ਹੈ ਮਹਾਤਮਾ ਗਾਂਧੀ, ਡੀ ਤੇ ਹੈ ਜਵਾਹਰ ਲਾਲ ਨਹਿਰੂ। ਤਾਂ ਐਮ ਕੇ ਗਾਂਧੀ ਜਿਹੜੇ ਬਿਲਕੁਲ ਸਹੀ ਹੋ ਜਾਣਗੇ। ਇਹਨਾਂ ਨੇ ਕੀ ਕੀਤਾ ਸੀਗਾ, ਰਵਿੰਦਰਨਾਥ ਟੈਗੋਰ ਨੂੰ ਗੁਰੂਦੇਵ ਦੀ ਜਿਹੜੀ ਆ ਉਪਾਧੀ ਦਿੱਤੀ ਸੀ। ਔਰ ਮੈਂ ਗੱਲ ਕਰਾਂ ਤਾਂ ਰਵਿੰਦਰਨਾਥ ਟੈਗੋਰ ਨੂੰ ਨੋਬਲ ਪੁਰਸਕਾਰ ਵੀ ਮਿਲਿਆ ਸੀ 1913 ਦੇ ਵਿੱਚ। ਇਹਨਾਂ ਨੇ ਕਿਹਨੂੰ ਲਿਖਿਆ ਸੀ? ਗੀਤਾਂਜਲੀ ਇਹਨਾਂ ਦੀ ਰਚਨਾ ਦੇ ਕਰਕੇ। ਠੀਕ ਹੈ ਜੀ। ਤਾਂ ਪਹਿਲੇ ਇੰਡੀਅਨ ਸੀਗੇ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਦਾ ਹੈ। ਅੱਗੇ ਵਧਦੇ ਹਾਂ ਜੀ ਆਪਾਂ। ਅੱਗੇ ਸਾਡੇ ਕੋਲੇ ਅੱਜ ਦਾ 10 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਦਾ ਜਨਮ ਦਿਵਸ ਮਨਾਇਆ ਜਾਂਦਾ ਹੈ ਕਿਸ ਰੂਪ ਵਿੱਚ? ਏ ਤੇ ਆਪਸ਼ਨ ਆਪਣੇ ਕੋਲੇ ਗਾਂਧੀ ਜਯੰਤੀ, ਬੀ ਤੇ ਹੈ ਅਹਿੰਸਾ ਦਿਵਸ, ਸੀ ਤੇ ਹੈ ਕੇਵਲ ਬੀ ਤੇ ਡੀ ਤੇ ਹੈ ਏ ਐਂਡ ਬੀ ਯਾਨੀ ਕਿ ਦੋਵੇਂ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਏ ਐਂਡ ਬੀ ਦੋਵੇਂ। ਗਾਂਧੀ ਜੀ ਦਾ ਜਿਹੜਾ ਜਨਮ ਦਿਵਸ ਹੈ ਉਹ ਨੌਨ ਵਾਇਲੈਂਸ ਵੀ ਤੇ ਗਾਂਧੀ ਜਯੰਤੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਹੈ ਸਾਡੇ ਕੋਲੇ ਅੱਜ ਦਾ 11 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਨੇ ਕਿਸ ਨੂੰ ਪੋਸਟ ਡੇਟਡ ਚੈੱਕ ਕਿਹਾ ਸੀ? ਪੋਸਟ ਡੇਟਡ। ਏ ਤੇ ਆਪਸ਼ਨ ਆਪਣੇ ਕੋਲੇ ਸਾਈਮਨ ਕਮਿਸ਼ਨ, ਬੀ ਤੇ ਰੋਲਟ ਐਕਟ, ਸੀ ਤੇ ਕੈਬਨਿਟ ਮਿਸ਼ਨ ਤੇ ਡੀ ਤੇ ਹੈ ਕ੍ਰਿਪਸ ਮਿਸ਼ਨ। ਤਾਂ ਗਾਂਧੀ ਜੀ ਨੇ ਕ੍ਰਿਪਸ ਮਿਸ਼ਨ ਨੂੰ ਕਿਹਾ ਸੀ ਜੀ, ਇਹ ਕੀ ਹੈ? ਪੋਸਟ ਡੇਟਡ ਚੈੱਕ ਹੈ। ਕ੍ਰਿਪਸ ਮਿਸ਼ਨ ਆਇਆ ਕਦੋਂ ਸੀ? 1942 ਚ। ਠੀਕ ਹੈ ਜੀ। ਜਦੋਂ 1942 ਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਕੁਇਟ ਇੰਡੀਆ ਮੂਵਮੈਂਟ ਜਿਹੜਾ ਉਹ ਚੱਲ ਰਿਹਾ ਸੀਗਾ। ਅੱਗੇ ਹੈ ਜੀ ਸਾਡੇ ਕੋਲੇ, ਗਾਂਧੀ ਜੀ ਦੀ ਸਮਾਧੀ ਸਥਲ ਨੂੰ ਕੀ ਕਿਹਾ ਜਾਂਦਾ ਹੈ? ਗਾਂਧੀ ਜੀ ਦੇਖੋ 30 ਜਨਵਰੀ 1948 ਨੂੰ ਜਿਹੜੇ ਆ ਇਹਨਾਂ ਨੂੰ ਕੀ ਆ, ਹੱਤਿਆ ਕਰ ਦਿੱਤੀ ਜਾਂਦੀ ਹੈ ਇਹਨਾਂ ਦੀ ਗੋਡਸੇ ਦੇ ਦੁਆਰਾ। ਠੀਕ ਆ, ਗੋਡਸੇ ਦੇ ਦੁਆਰਾ, ਨਥੂਰਾਮ ਗੋਡਸੇ ਜੀ ਦੁਆਰਾ। ਔਰ ਜੇਕਰ ਗੱਲ ਕਰੀਏ ਇਹਨਾਂ ਦੀ ਜਿਹੜੀ ਸਮਾਧੀ ਹੈ ਉਹ ਕਿੱਥੇ ਹੈ? ਏ ਤੇ ਆਪਸ਼ਨ ਹੈ ਰਾਜ ਘਾਟ, ਬੀ ਤੇ ਵਿਜੇ ਘਾਟ, ਸੀ ਤੇ ਹੈ ਸ਼ਕਤੀ ਸਥਲ ਤੇ ਡੀ ਤੇ ਹੈ ਸਮਤਾਸ ਸਥਲ। ਤਾਂ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ, ਦਿੱਲੀ ਵਿਖੇ ਰਾਜ ਘਾਟ ਵਿੱਚ ਇਹਨਾਂ ਦੀ ਕੀ ਆ ਸਮਾਧੀ ਜਿਹੜੀ ਆ, ਸਮਾਧੀ ਸਥਲ ਬਣਿਆ ਹੋਇਆ ਹੈ। ਅੱਗੇ ਵਧਦੇ ਆ ਜੀ। ਅੱਗੇ ਆ ਸਾਡੇ ਕੋਲੇ
ਕਰੋ ਜਾਂ ਮਰੋ ਨਾਰਾ ਕਿਸ ਅੰਦੋਲਨ ਨਾਲ ਸੰਬੰਧਿਤ ਹੈ? ਕਰੋ ਜਾਂ ਮਰੋ ਨਾਰਾ। ਤਾਂ ਦੇਖੋ ਵਿਦਿਆਰਥੀ ਸਾਥੀਓ, ਇਹ ਤੇ ਆਪਸ਼ਨ ਹੈ NCM ਯਾਨੀ ਕਿ ਨੌਨ ਕਾਰਪੋਰੇਸ਼ਨ ਮੂਵਮੈਂਟ। ਸੀ ਤੇ ਆਪਣੇ ਕੋਲੇ CDM ਔਰ B ਤੇ ਸੀ CDM, C ਤੇ ਚੰਪਾਰਨ ਤੇ D ਤੇ ਆਪਣੇ ਕੋਲੇ ਕੁਇਟ ਇੰਡੀਆ ਮੂਵਮੈਂਟ। ਤਾਂ ਵਿਦਿਆਰਥੀ ਸਾਥੀਓ, ਸਾਰੀਆਂ ਮੂਵਮੈਂਟਾਂ ਦੀ ਜੇਕਰ ਮੈਂ ਗੱਲ ਕਰਾਂ, NCM ਦੀ ਨੌਨ ਕਾਰਪੋਰੇਸ਼ਨ ਮੂਵਮੈਂਟ ਦੀ ਗੱਲ ਕਰਾਂ ਤਾਂ ਇਹ ਹੋਇਆ ਸੀ 1920 ਚ, ਠੀਕ ਹੈ ਜੀ। ਤਾਂ ਚੰਪਾਰਨ ਹੋਇਆ ਸੀ 1917 ਦੇ ਵਿੱਚ। ਤੇ CDM ਦੀ ਜੇਕਰ ਗੱਲ ਕਰੀਏ ਤਾਂ ਕਦੋਂ ਹੋਇਆ ਸੀ? 1930 ਦੇ ਵਿੱਚ। ਔਰ QIM 1942 ਦੇ ਵਿੱਚ, ਯਾਨੀ ਕਿ ਕੁਇਟ ਇੰਡੀਆ ਮੂਵਮੈਂਟ। ਤਾਂ D ਆਪਸ਼ਨ ਜਿਹੜੀ ਹੈ ਇਹਦੇ ਲਈ ਸਹੀ ਹੋ ਜਾਏਗੀ। ਔਰ ਗਾਂਧੀ ਜੀ ਦੇ ਜੇਕਰ ਆਪਾਂ ਅੰਦੋਲਨ ਯਾਦ ਰੱਖਣੇ ਹੋਣ, ਇੰਪੋਰਟੈਂਟ ਅੰਦੋਲਨ ਜਿਹੜੇ ਇੰਡੀਆ 'ਚ ਹੋਏ ਸੀ, ਤਾਂ ਸਭ ਤੋਂ ਪਹਿਲਾਂ ਤਾਂ ਚੰਪਾਰਨ ਯਾਦ ਰੱਖ ਲਿਓ, ਠੀਕ ਹੈ ਜੀ, 1917 ਵਾਲਾ ਚੰਪਾਰਨ। ਔਰ ਨਾਲ ਹੀ ਤੁਸੀਂ ਇੱਕ ਸਬਜੈਕਟ ਸੁਣਿਆ ਹੋਣਾ +1 2 ਚ ਵੋਕੇਸ਼ਨਲ ਜਿਹੜੇ ਲੱਗਦੇ ਆ, NCQF ਆਪਾਂ ਕਹਿ ਦਿੰਦੇ ਉਹਨੂੰ, NCQF। ਤਾਂ NCQ ਤੱਕ ਤੁਸੀਂ ਸੀਮਤ ਰਹਿ ਜਾਣਾ, ਠੀਕ ਹੈ ਜੀ। ਤਾਂ N ਤੇ ਹੋ ਜਾਊਗਾ NCM ਇਹਨਾਂ ਦਾ ਅੰਦੋਲਨ ਨੌਨ ਕਾਰਪੋਰੇਸ਼ਨ ਮੂਵਮੈਂਟ। C ਤੇ ਕਿਹੜੀ ਹੋ ਜਾਊਗੀ? CDM। ਤੇ D ਤੇ ਕੀ ਹੋ ਜਾਊਗਾ? QIM ਯਾਨੀ ਕਿ ਕੁਇਟ ਇੰਡੀਆ ਮੂਵਮੈਂਟ। ਤਾਂ ਚੰਪਾਰਨ ਹੋਇਆ ਸੀ 1917 ਚ, ਨੌਨ ਕਾਰਪੋਰੇਸ਼ਨ ਮੂਵਮੈਂਟ 1920, CDM 1930 ਤੇ ਕੁਇਟ ਇੰਡੀਆ ਮੂਵਮੈਂਟ 1942, ਠੀਕ ਹੈ ਜੀ। ਇਹ ਯਾਦ ਰੱਖ ਸਕਦੇ ਹੋ ਬਾਈ ਟ੍ਰਿਕ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 14 ਨੰਬਰ ਪ੍ਰਸ਼ਨ ਹੈ, ਗਾਂਧੀ ਔਨ ਨੌਨ ਵਾਇਲੈਂਸ ਪੁਸਤਕ ਦੇ ਲੇਖਕ ਕੌਣ ਸਨ? A ਤੇ ਆਪਸ਼ਨ ਹੈ ਲਾਰਡ ਮੈਕਾਲੇ, B ਤੇ ਹੈ ਥਾਮਸ ਮਾਰਟਨ ਤੇ C ਤੇ ਆਪਣੇ ਕੋਲੇ ਮਾਊਂਟ ਬੈਟਨ, D ਤੇ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ ਥਾਮਸ ਮਾਰਟਨ, ਠੀਕ ਹੈ ਜੀ। B ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਹੋ ਜਾਏਗੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 15 ਨੰਬਰ ਪ੍ਰਸ਼ਨ ਹੈ, ਮਹਾਤਮਾ ਗਾਂਧੀ ਨੂੰ ਦੱਖਣੀ ਅਫਰੀਕਾ ਵਿੱਚ ਕਿਸ ਰੇਲਵੇ ਸਟੇਸ਼ਨ ਤੋਂ ਹੇਠਾਂ ਸੁੱਟਿਆ ਗਿਆ? ਦੇਖੋ ਕਿਉਂ ਸੁੱਟਿਆ ਗਿਆ ਸੀ। ਇਹ ਕੀ ਹੋਏ ਸੀ? ਰੰਗ ਭੇਦੀ ਦੇ ਸ਼ਿਕਾਰ ਹੋ ਗਏ ਸੀ, ਯਾਨੀ ਕਿ ਕਲਰ ਡਿਸਕ੍ਰਿਮੀਨੈਂਟ ਦੇ, ਠੀਕ ਹੈ ਜੀ। ਜਿਸ ਕਰਕੇ ਕੀ ਹੈ, ਇਹਨਾਂ ਨੂੰ ਉੱਥੇ ਆਪਣੀ ਪਹਿਚਾਣ ਬਣਾਉਣ ਦੇ ਵਾਸਤੇ ਕਿੰਨਾ ਹੀ ਟਾਈਮ ਜਿਹੜਾ ਲੜਨਾ ਪੈਂਦਾ, ਸੱਤਿਆਗ੍ਰਹਿ ਕਰਨੇ ਪੈਂਦੇ ਨੇ। ਤਾਂ ਕਿਹੜੇ ਰੇਲਵੇ ਸਟੇਸ਼ਨ ਤੋਂ ਇਹਨਾਂ ਨੂੰ ਥੱਲੇ ਸੱਟਿਆ ਗਿਆ ਸੀ? ਤਾਂ A ਤੇ ਆਪਸ਼ਨ ਹੈ ਆਪਣੇ ਕੋਲੇ ਪੀਟਰ ਮੋਰੀਬਰਗ, B ਤੇ ਹੈ ਕੈਪਟਾਊਨ, C ਤੇ ਆਪਣੇ ਕੋਲੇ ਜੋਹਾਨਸਬਰਗ, D ਤੇ ਹੈ ਡਰਬਨ। ਤਾਂ ਪੀਟਰ ਮੋਰੀਬਰਗ ਜਿਹੜਾ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ। ਇਸ ਰੇਲਵੇ ਪਲੇਟਫਾਰਮ ਤੋਂ ਜਾਂ ਸਟੇਸ਼ਨ ਤੋਂ ਕਵਾਂਗੇ ਦੱਖਣੀ ਅਫਰੀਕਾ 'ਚ ਗਾਂਧੀ ਜੀ ਨੂੰ ਜਿਹੜਾ ਅੰਗਰੇਜ਼ ਅਧਿਕਾਰੀ ਦੇ ਦੁਆਰਾ ਲੱਤ ਮਾਰ ਕੇ ਥੱਲੇ ਸੁੱਟਿਆ ਜਾਂਦਾ ਹੈ। ਅੱਗੇ ਹੈ ਜੀ 16 ਨੰਬਰ ਪ੍ਰਸ਼ਨ ਹੈ, ਮਹਾਤਮਾ ਗਾਂਧੀ ਜੀ ਦੀ ਆਤਮ ਕਥਾ ਦਾ ਕੀ ਨਾਂ ਹੈ? ਆਤਮ ਕਥਾ ਦਾ ਨਾਮ ਪੁੱਛਿਆ। A ਤੇ ਆਪਸ਼ਨ ਹੈ ਸੱਚ ਨਾਲ ਮੇਰੇ ਪ੍ਰਯੋਗ, B ਤੇ ਆਪਣੇ ਕੋਲੇ ਮੇਰੀ ਕਹਾਣੀ, C ਤੇ ਹੈ ਸੱਚ ਬੋਲੋ ਤੇ ਚੱਲੋ, D ਤੇ ਹੈ ਮੇਰੀ ਸਾਦਗੀ। ਦੇਖੋ ਆਪਾਂ ਆਹ ਵਾਲੀ ਬੁੱਕ ਹੈ ਨਾ ਜਿਹੜੀ ਇੰਗਲਿਸ਼ ਵੀ ਮਤਲਬ ਕੀਤਾ ਸੀਗਾ, ਇਹ ਕੁਐਸਚਨ ਸੀਗਾ ਮਾਈ ਐਕਸਪੈਰੀਮੈਂਟ ਵਿਦ ਟਰੁੱਥ। ਤਾਂ ਇਹ ਜਿਹੜੀ ਹੈ ਉਹਨਾਂ ਦੀ ਆਤਮ ਕਥਾ ਸੀ, ਸੱਚ ਨਾਲ ਜਿਹੜੇ ਆ ਮੇਰੇ ਪ੍ਰਯੋਗ। ਅੱਗੇ ਹੈ ਜੀ 17 ਨੰਬਰ ਪ੍ਰਸ਼ਨ ਹੈ, ਗਾਂਧੀ ਜੀ ਕਿਸ ਦੀਆਂ ਰਚਨਾਵਾਂ ਤੋਂ ਪ੍ਰਭਾਵਿਤ ਹੋਏ ਸੀ? ਦੇਖੋ ਜਿਹਨੂੰ ਗਾਂਧੀ ਜੀ ਆਪਣਾ ਅਧਿਆਤਮਿਕ ਗੁਰੂ ਮੰਨਣਗੇ ਉਸ ਦੀਆਂ ਰਚਨਾਵਾਂ ਤੋਂ ਹੀ ਪ੍ਰਭਾਵਿਤ ਹੋਣਗੇ ਨਾ। ਤਾਂ A ਤੇ ਹੈ JL ਨਹਿਰੂ, ਜਵਾਹਰ ਲਾਲ ਨਹਿਰੂ, B ਤੇ ਹੈ ਰਾਜਿੰਦਰ ਪ੍ਰਸਾਦ, C ਤੇ ਹੈ ਕਾਰਲ ਮਾਰਕਸ, D ਤੇ ਹੈ ਲੂਈ ਟਾਲਸਟਾਈ। ਤਾਂ ਇਹ ਆਪਸ਼ਨ ਜਿਹੜੀ ਹੈ D ਵਾਲੀ ਸਹੀ ਹੋ ਜਾਏਗੀ, ਲੂਈ ਟਾਲਸਟਾਈ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 18 ਨੰਬਰ ਪ੍ਰਸ਼ਨ ਹੈ, ਕੁਇਟ ਇੰਡੀਆ ਮੂਵਮੈਂਟ ਸਮੇਂ ਗਾਂਧੀ ਜੀ ਦੇ ਨਾਲ ਅਮਰੀਕੀ ਪ੍ਰਸ਼ੰਸਕ ਕਿਹੜਾ ਸੀ? ਦੇਖੋ ਪਹਿਲੇ ਪ੍ਰਸ਼ਨ 'ਚ ਵੀ ਆਪਾਂ ਕੀਤਾ ਕਿ ਦੀ ਲਾਈਫ ਆਫ ਮਹਾਤਮਾ ਗਾਂਧੀ ਬੁੱਕ ਕਿਹਨੇ ਲਿਖੀ ਸੀ? ਤਾਂ ਉਹ ਲੂਈ ਫਿਸ਼ਰ ਸੀ। ਉਵੇਂ ਹੀ ਹੁਣ ਉਹੀ ਬੰਦਾ ਸੀ ਜਿਨੇ ਅਮਰੀਕਾ ਦਾ ਹੋ ਕੇ ਵੀ ਗਾਂਧੀ ਜੀ ਦੀ ਕੁਇਟ ਇੰਡੀਆ ਮੂਵਮੈਂਟ ਸਮੇਂ ਹੈਲਪ ਕਰੀ ਸੀ। A ਤੇ ਆਪਸ਼ਨ ਹੈ ਵਿਲੀਅਮ ਜੋਨਸ, B ਤੇ ਡਲਹੌਜੀ, C ਤੇ ਹੈ ਮਾਰਕਿਮ ਤੇ D ਤੇ ਹੈ ਲੂਈ ਫਿਸ਼ਰ। ਤਾਂ ਲੂਈ ਫਿਸ਼ਰ ਹੀ ਸੀ ਉਹ ਬੰਦਾ। ਦੇਖੋ ਵਿਦਿਆਰਥੀ ਸਾਥੀਓ, ਅਸੀਂ A to Z ਜਿਹੜਾ ਡੈਪਥ ਦੇ ਨਾਲ ਸਿਲੇਬਸ ਕਰਵਾ ਰਹੇ ਹਾਂ ਔਰ ਤੁਸੀਂ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਲੋੜਵੰਦ ਬੱਚਿਆਂ ਦਾ ਜਿਹੜਾ ਵੱਧ ਤੋਂ ਵੱਧ ਜਿਹੜਾ ਫਾਇਦਾ ਹੋ ਸਕੇ। ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ 19 ਨੰਬਰ ਪ੍ਰਸ਼ਨ ਹੈ, ਬੀਇੰਗ ਗਾਂਧੀ ਪੁਸਤਕ ਕਿਸ ਨੇ ਲਿਖੀ ਸੀ? ਬੀਇੰਗ ਗਾਂਧੀ। A ਤੇ ਆਪਸ਼ਨ ਹੈ ਰੌਨ ਸਿੰਘ, B ਤੇ ਹੈ
ਨਰਿੰਦਰ ਮੋਦੀ, ਸੀ ਤੇ ਆ ਪਾਰੋ ਆਨੰਦ ਤੇ ਡੀ ਤੇ ਆਪਣੇ ਕੋਲੇ ਅਮਿਤ ਸ਼ਰਮਾ। ਤਾਂ ਪਾਰੋ ਆਨੰਦ ਸੀ ਆਪਸ਼ਨ ਜਿਹੜੀ ਹੈ ਇਹਦੇ ਵਾਸਤੇ ਬਿਲਕੁਲ ਸਹੀ ਹੋ ਜਾਏਗੀ। ਠੀਕ ਹੈ ਜੀ, ਅੱਗੇ ਵਧਦੇ ਹਾਂ ਜੀ। ਅੱਗੇ ਆ ਸਾਡੇ ਕੋਲੇ ਅੱਜ ਦਾ 20 ਨੰਬਰ ਪ੍ਰਸ਼ਨ ਹੈ। ਗਾਂਧੀ ਜੀ ਖਾਦੀ ਨੂੰ ਕਿਸ ਦਾ ਪ੍ਰਤੀਕ ਮੰਨਦੇ ਸਨ? ਇਹ ਤੇ ਆਪਸ਼ਨ ਹੈ ਆਪਣੇ ਕੋਲੇ ਆਰਥਿਕ ਸੁਤੰਤਰਤਾ, ਬੀ ਤੇ ਹੈ ਆਰਥਿਕ ਵਿਕਾਸ, ਸੀ ਤੇ ਹੈ ਸੁਤੰਤਰਤਾ, ਡੀ ਤੇ ਹੈ ਅੰਗਰੇਜ਼ਾਂ ਨੂੰ ਭਜਾਉਣ ਦਾ। ਤਾਂ 20 ਦਾ ਜਿਹੜਾ ਰਾਈਟ ਆਪਸ਼ਨ ਹੋ ਜਾਏਗਾ ਆਰਥਿਕ ਸੁਤੰਤਰਤਾ। ਗਾਂਧੀ ਜੀ ਖਾਦੀ ਨੂੰ ਕੀ ਮੰਨਦੇ ਸਨ? ਆਰਥਿਕ ਸੁਤੰਤਰਤਾ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 21 ਨੰਬਰ ਪ੍ਰਸ਼ਨ ਹੈ। ਗਾਂਧੀ ਜੀ ਨੇ ਕਿਸ ਨੂੰ ਕਾਲਾ ਕਾਨੂੰਨ ਕਿਹਾ ਸੀ? ਇਹ ਤੇ ਆਪਸ਼ਨ ਹੈ ਹੰਟਰ ਯੋਗ, ਬੀ ਤੇ ਹੈ ਰੋਲ ਟੈਕਟ, ਸੀ ਤੇ ਹੈ ਨਮਕ ਕਾਨੂੰਨ ਤੇ ਡੀ ਤੇ ਹੈ ਕੋਈ ਨਹੀਂ। ਤਾਂ ਰੋਲ ਟੈਕਟ ਕਿਹਾ ਸੀ, ਰੋਲ ਟੈਕਟ ਨੂੰ ਕਿਹਾ ਸੀ ਇਹਨਾਂ ਨੇ ਕਾਲਾ ਕਾਨੂੰਨ। ਕਿਉਂ? ਕਿਉਂਕਿ ਇੱਥੇ 9 ਵਕੀਲ, 9 ਦਲੀਲ, 9 ਅਪੀਲ, ਯਾਨੀ ਕਿ ਬਿਨਾਂ ਕਾਰਨ ਦੱਸੇ, ਬਿਨਾਂ ਅਰੈਸਟ ਵਾਰੰਟ ਜਾਰੀ ਕੀਤੇ ਕਿਸੇ ਨੂੰ ਵੀ ਅੰਗਰੇਜ਼ਾਂ ਕੋਲੇ ਪਾਵਰ ਆ ਗਈ ਸੀ ਗ੍ਰਿਫਤਾਰ ਕਰਨ ਦੀ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 22 ਨੰਬਰ ਪ੍ਰਸ਼ਨ ਹੈ। ਮਹਾਤਮਾ ਗਾਂਧੀ ਜੀ ਨੇ ਦੱਖਣੀ ਅਫਰੀਕਾ ਵਿੱਚ ਪਹਿਲਾ ਸੱਤਿਆਗ੍ਰਹਿ ਕਦੋਂ ਕੀਤਾ ਸੀ? ਦੇਖੋ, ਇਹ ਵਪਾਰੀ ਦੇ ਕੇਸ ਲੜਨ ਲਈ ਉੱਥੇ ਜਾਂਦੇ ਨੇ 1893 ਚ, 1915 ਚ ਵਾਪਸ ਮੁੜਦੇ ਨੇ। ਤਾਂ ਪਹਿਲਾ ਸੱਤਿਆਗ੍ਰਹਿ ਇਹਨਾਂ ਨੂੰ ਕਿਉਂ ਕਰਨਾ ਪਿਆ? ਕਿਉਂਕਿ ਇਹ ਕਿਨੇ ਰੰਗ ਭੇਦੀ ਦਾ ਜਿਹੜੇ ਸ਼ਿਕਾਰ ਹੁੰਦੇ ਨੇ ਉੱਥੇ ਜਾ ਕੇ। ਤਾਂ ਇਹ ਤੇ ਆਪਸ਼ਨ ਹੈ 1901, ਬੀ ਤੇ 1940, ਸੀ ਤੇ 1906 ਤੇ ਡੀ ਤੇ 1917। ਤਾਂ ਰਾਈਟ ਆਪਸ਼ਨ ਹੋ ਜਾਏਗੀ ਆਪਣੇ ਕੋਲੇ 1906। ਕਾਰਨ ਕੀ ਸੀਗਾ? ਕਲਰ ਡਿਸਕ੍ਰਿਮੀਨੈਂਟ, ਯਾਨੀ ਕਿ ਰੰਗ ਭੇਦੀ ਦੇ ਸ਼ਿਕਾਰ ਹੋ ਜਾਂਦੇ ਨੇ। ਅੱਗੇ ਵਧਦੇ ਹਾਂ ਜੀ। ਸਾਡੇ ਕੋਲੇ ਅੱਜ ਦਾ 23 ਨੰਬਰ ਪ੍ਰਸ਼ਨ ਹੈ। ਪਹਿਲੀ ਵਾਰ ਪਾਕਿਸਤਾਨ ਦੀ ਜਿਹੜੀ ਮੰਗ, ਇੱਥੇ ਆਣਾ ਸੀ ਮੰਗ, ਠੀਕ ਹੈ ਜੀ, ਮੰਗ ਆਣਾ ਸੀ। ਮੰਗ ਜਿਹੜੀ ਆ ਕਦੋਂ ਉੱਠੀ ਸੀ? ਇਹ ਤੇ ਆਪਸ਼ਨ ਹੈ ਆਪਣੇ ਕੋਲੇ 1935, ਬੀ ਤੇ 1940, ਸੀ ਤੇ 1967, ਡੀ ਤੇ ਆਪਣੇ ਕੋਲੇ 1955। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ 1940। ਠੀਕ ਹੈ ਜੀ। ਤਾਂ ਲਾਹੌਰ ਵਿਖੇ ਮੁਹੰਮਦ ਅਲੀ ਜੀ ਦੇ ਸਮੇਂ ਵਿੱਚ ਜਿਹੜੀ ਆ ਮੰਗ ਉੱਠਦੀ ਆ। ਠੀਕ ਆ। ਔਰ ਪਾਕਿਸਤਾਨ ਸ਼ਬਦ ਦੀ ਜੇਕਰ ਗੱਲ ਕਰੀਏ, ਇਹ ਆਪਾਂ ਪ੍ਰਸ਼ਨ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਜਿਹੜਾ ਸ਼ਬਦ ਸੀਗਾ ਇਹ ਹੋਂਦ ਦੇ ਵਿੱਚ ਲਿਆਉਣ ਵਾਲਾ ਬੰਦਾ ਕੌਣ ਸੀ? ਤਾਂ ਉਹ ਸੀਗੇ ਚੌਧਰੀ ਰਹਿਮਤ ਅਲੀ ਜੀ। ਠੀਕ ਆ, ਚੌਧਰੀ ਰਹਿਮਤ ਅਲੀ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ, ਪੇਪਰ 'ਚ ਦੇਖੋ ਕੁਝ ਵੀ ਪੁੱਛ ਸਕਦੇ ਆਪਣੇ ਕੋਲੋਂ। ਤਾਂ ਅੱਗੇ ਜੀ ਆਪਣੇ ਕੋਲੇ QIM ਕਦੋਂ ਸ਼ੁਰੂ ਹੋਇਆ, ਯਾਨੀ ਕਿ ਕੁਇਟ ਇੰਡੀਆ ਮੂਵਮੈਂਟ ਭਾਰਤ ਵਿੱਚ ਕਦੋਂ ਸ਼ੁਰੂ ਹੋਈ ਸੀ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਹੈ 1945, ਬੀ ਤੇ ਆਪਣੇ ਕੋਲੇ 1946, ਸੀ ਤੇ 1942 ਤੇ ਡੀ ਤੇ 1930। ਤਾਂ ਦੇਖੋ ਜੀ 1942 ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਜਿਹੜੀ ਹੈ ਸ਼ੁਰੂ ਹੋਈ ਸੀ। ਅੱਗੇ ਜੀ ਸਾਡੇ ਕੋਲੇ ਅੱਜ ਦਾ 25 ਨੰਬਰ ਪ੍ਰਸ਼ਨ ਹੈ। ਮਹਾਤਮਾ ਗਾਂਧੀ ਜੀ ਨੇ ਕਿਸ ਅੰਦੋਲਨ ਵਿੱਚ ਭੁੱਖ ਹੜਤਾਲ ਦਾ ਪਹਿਲੀ ਵਾਰੀ ਪ੍ਰਯੋਗ ਕੀਤਾ ਸੀ? ਯਾਨੀ ਕਿ ਭੁੱਖ ਹੜਤਾਲ ਦਾ ਤੇ ਬੈਠੇ ਸੀ ਮਹਾਤਮਾ ਗਾਂਧੀ ਜੀ ਪਹਿਲੀ ਵਾਰੀ। ਤਾਂ ਉਹ ਕਿਹੜਾ ਸਮਾਂ ਸੀਗਾ ਤਾਂ ਜਾਂ ਕਿਹੜਾ ਅੰਦੋਲਨ ਸੀਗਾ? ਤਾਂ ਇਹ ਤੇ ਆਪਣੇ ਕੋਲੇ ਆਪਸ਼ਨ ਹੈ ਚੰਪਾਰਨ 1917, ਬੀ ਤੇ ਅਸਹਿਯੋਗ 1920, ਸੀ ਤੇ ਅਹਿਮਦਾਬਾਦ ਮਿਲ ਮਜ਼ਦੂਰ, ਜਿਹੜੇ ਮਜ਼ਦੂਰਾਂ ਨਾਲ ਜਿਹੜੀ ਘਟਨਾਵਾਂ ਘਟਦੀਆਂ ਉਹਨਾਂ ਦੇ ਵਾਸਤੇ ਅਹਿਮਦਾਬਾਦ ਚ ਇਹਨਾਂ ਨੇ 1918 ਚ ਕੀਤਾ ਸੀਗਾ ਇਹ ਅੰਦੋਲਨ, ਤੇ ਡੀ ਤੇ ਆਪਣੇ ਕੋਲੇ ਉਪਰੋਕਤ ਕੋਈ ਨਹੀਂ। ਤਾਂ ਰਾਈਟ ਆਪਸ਼ਨ ਹੋ ਜਾਏਗੀ ਸੀ ਜਿਹੜੀ ਹੈ ਅਹਿਮਦਾਬਾਦ ਮਿਲ ਮਜ਼ਦੂਰ 1918। ਇਸ ਸਮੇਂ ਹੀ ਗਾਂਧੀ ਜੀ ਨੇ ਕੀ ਕੀਤਾ ਸੀਗਾ? ਗਾਂਧੀ ਜੀ ਨੇ ਭੁੱਖ ਹੜਤਾਲ ਦਾ ਪਹਿਲੀ ਵਾਰੀ ਪ੍ਰਯੋਗ ਕੀਤਾ ਸੀ। ਖੇੜਾ ਨਾਮਕ ਜਗ੍ਹਾ ਸੀਗੀ ਔਰ ਕਿੱਥੇ ਹੈਗੀ ਆ? ਗੁਜਰਾਤ ਦੇ ਵਿੱਚ। ਠੀਕ ਆ, ਗੁਜਰਾਤ ਵਿੱਚ। ਇਸ ਅੰਦੋਲਨ ਨੂੰ ਖੇੜਾ ਅੰਦੋਲਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਅੱਜ ਦਾ 26 ਨੰਬਰ ਪ੍ਰਸ਼ਨ ਹੈ। ਜ਼ਿਲ੍ਹਿਆਂਵਾਲਾ ਬਾਗ ਵਿੱਚ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ? ਤਾਂ ਏ ਤੇ ਹੈ ਡੇਵਿਡ ਹੇਅਰ, ਬੀ ਤੇ ਹੈ ਜਰਨਲ ਡਾਇਰ, ਸੀ ਤੇ ਹੈ ਬੈਂਟਿਕ, ਤਾਂ ਡੀ ਤੇ ਹੈ ਚੈਮਸਫੋਰਡ। ਵਿਦਿਆਰਥੀ ਸਾਥੀਓ, ਜੇਕਰ ਉਸ ਸਮੇਂ ਆਪਾਂ ਲਾਰਡ ਜਾਂ ਅਧਿਕਾਰੀ ਦੀ ਗੱਲ ਕਰੀਏ ਤਾਂ ਉਹ ਸੀਗਾ ਚੈਮਸਫੋਰਡ, ਪਰ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ ਸੀ? ਉਹ ਸੀਗਾ ਜਰਨਲ ਡਾਇਰ। ਬਾਅਦ ਦੇ ਵਿੱਚ ਕੀ ਕਰਦੇ ਨੇ ਸ਼ਹੀਦ ਊਧਮ ਸਿੰਘ ਜੀ, ਜੋ ਕਿ ਪੰਜਾਬ ਸੁਨਾਮ ਤੋਂ ਸੀਗੇ। ਠੀਕ ਹੈ ਜੀ। ਤਾਂ ਉਹ ਕੀ ਕਰਦੇ ਨੇ? ਇਹਨਾਂ ਨੂੰ ਮਾਰ ਕੇ ਬਦਲਾ ਜਿਹੜਾ ਜ਼ਿਲ੍ਹਿਆਂਵਾਲੇ ਬਾਗ ਦਾ ਲੈਂਦੇ ਨੇ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ 27 ਨੰਬਰ ਪ੍ਰਸ਼ਨ ਹੈ। ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ ਸੀ? ਸਾਈਮਨ ਕਮਿਸ਼ਨ ਪੁੱਛਿਆ
ए ਤੇ ਆਪਸ਼ਨ ਹੈ 1935, ਡੀ ਬੀ ਤੇ ਆਪਣੇ ਕੋਲੇ 1947, ਸੀ ਤੇ ਹੈ 1928 ਤੇ ਡੀ ਤੇ ਆਪਣੇ ਕੋਲੇ 1921। ਤਾਂ ਰਾਈਟ ਆਪਸ਼ਨ ਹੋ ਜਾਏਗੀ ਜੀ 1928। ਇਸ ਸਮੇਂ ਕੀ ਹੁੰਦੇ ਨੇ, ਲਾਲਾ ਲਾਜਪਤ ਰਾਏ ਜੀ ਲਾਠੀਆਂ ਦਾ ਸ਼ਿਕਾਰ ਹੁੰਦੇ ਨੇ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਕੀ ਹੈ, ਉਹ ਦਿਲ ਦਾ ਦੌਰਾ ਪੈਣ ਕਰਕੇ ਕੀ ਹੈ, ਆਪਣੀ ਸਰੀਰ ਨੂੰ ਤਿਆਗ ਜਾਂਦੇ ਨੇ, ਯਾਨੀ ਕਿ ਸ਼ਹੀਦੀ ਜਿਹੜੀ ਆ ਪ੍ਰਾਪਤ ਕਰ ਲੈਂਦੇ ਨੇ। ਤਾਂ ਵਿਦਿਆਰਥੀ ਸਾਥੀਓ, ਇਹ ਸੀਗੀ ਅੱਜ ਦੀ ਆਪਣੀ 17 ਨੰਬਰ ਲੈਕਚਰ ਦੀ ਵੀਡੀਓ, ਔਰ ਨਾਲ ਹੀ ਆਪਾਂ MCQs ਕੀਤੇ ਔਰ ਇੱਕ ਇੱਕ ਚੀਜ਼ ਨੂੰ ਡੈਪਥ ਦੇ ਨਾਲ ਚੰਗੀ ਤਰ੍ਹਾਂ ਸਮਝਿਆ। ਵਿਦਿਆਰਥੀ ਸਾਥੀਓ, ਇਸ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਜਿਹੜੇ ਲੋੜਵੰਦ ਬੱਚੇ ਨੇ ਉਹਨਾਂ ਦਾ ਫਾਇਦਾ ਹੋ ਸਕੇ, ਕਿਉਂਕਿ ਅਸੀਂ ਇੱਥੇ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕਰਵਾ ਰਹੇ ਹਾਂ, ਇਹਦਾ ਕੋਈ ਵੀ ਚਾਰਜ ਨਹੀਂ ਹੈ, ਤਾਂ ਕਿ ਹਰ ਬੱਚਾ ਜਿਹੜਾ ਹੈ ਇਸ ਵੀਡੀਓ ਦਾ ਜਾਂ ਇਸ ਪਲੇਲਿਸਟ ਦਾ ਲਾਹਾ ਖੱਟ ਸਕਦਾ। ਵਿਦਿਆਰਥੀ ਸਾਥੀਓ, ਕੁੱਬਾ ਲਰਨੋਲਜੀ ਫ੍ਰੀ ਐਜੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।